94 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ। ਅੱਜ ਆਪਾਂ ਜਿਹੜੀ ਚਰਚਾ ਕਰਨੀ ਹੈ ਉਹ ਕਈ ਭਰਾਵਾਂ ਨੂੰ ਸ਼ਾਇਦ ਅਜੀਬ ਜੀ ਗੱਲ ਲੱਗੇ, ਪਰ ਮੇਰੇ ਬੜੀ ਵਾਰ ਇਹ ਜ਼ਿਹਨ ਵਿੱਚ ਗੱਲ ਆਈ ਆ ਤੇ ਹੁਣ ਆਹ ਪਿਛਲੇ ਕੁਝ ਦਿਨਾਂ ਤੋਂ ਬਹੁਤ ਬੁਰੀ ਤਰ੍ਹਾਂ ਇਹ ਦਿਮਾਗ 'ਚ ਖੌਰੂ ਪਾ ਰਹੀ ਆ ਗੱਲ, ਤੇ ਅਰਦਾਸਾਂ ਨਿਕਲਦੀਆਂ ਨੇ ਅੰਦਰੋਂ ਕਿ ਸੱਚੇ ਪਾਤਸ਼ਾਹ ਸਾਡੀ ਕੌਮ ਨੂੰ ਇੰਨੇ ਸਿਆਣੇ ਬੰਦੇ ਬਣਾ ਦੇ ਵੀ ਜਿਹੜੇ ਬੜੀ ਮੌਜ ਦੇ ਨਾਲ ਸਿੱਖ ਹਿੱਤਾਂ ਦਾ ਤੇ ਸਿੱਖ ਜਜ਼ਬਾਤਾਂ ਦਾ ਘਾਣ ਕਰਦੇ ਰਹਿਣ ਤੇ ਕਹਿਣ ਉਹ ਇਸ ਗੱਲ ਨੂੰ ਇਹ ਕਿ ਅਸੀਂ ਸਿੱਖੀ ਦੀ ਸੇਵਾ ਕਰ ਰਹੇ ਹਾਂ, ਤੇ ਨਾਲ ਦੀ ਨਾਲ ਇਹ ਸ਼ਖਸ ਇਹ ਜਿਹੜਾ ਕੁਛ ਕਰਦੇ ਕਰਾਉਂਦੇ ਆ ਇਸ ਚੀਜ਼ ਦੀ ਆਪਦੀ ਹੋਈ ਇੱਕ ਮਨ ਭਾਉਂਦੀ ਜੀ ਵਿਆਖਿਆ ਕਰਨ, ਜਿਹਦੇ ਨਾਲ ਪੰਥ ਪ੍ਰਸਤ ਸਿੱਖ ਜਿਹੜੇ ਨੇ ਉਹਨਾਂ ਦੀਆਂ ਤਾਂ ਚੀਕਾਂ ਪੈਂਦੀਆਂ ਹੁਣ ਵੀ ਇਹ ਕਰੀ ਕੀ ਜਾਂਦੇ ਆ ਜਾਂ ਕਹੀ ਕੀ ਜਾਂਦੇ ਆ, ਪਰ ਇਹ ਸਮਝਣ ਕਿ ਅਸੀਂ ਤਾਂ ਜੀ ਬੜੀ ਵੱਡੀ ਘਾਲ ਕਮਾਈ ਕਰ ਰਹੇ ਹਾਂ। ਜਿਵੇਂ ਪਿਛਲੇ ਸਮਿਆਂ 'ਚ ਹੁੰਦਾ ਨਾ ਵੀ ਉਹਨਾਂ ਦਾ ਇਤਿਹਾਸ ਵਿੱਚ ਨਾਂ ਆਉਂਦਾ ਉਹਨਾਂ ਗੁਰਸਿੱਖਾਂ ਦਾ ਜਿਨ੍ਹਾਂ ਨੇ ਬੜੀਆਂ ਵੱਡੀਆਂ ਘਾਲਣਾ ਘਾਲੀਆਂ ਨੇ, ਤੇ ਇਹੋ ਜਿਹੇ ਬੰਦੇ ਜਿਹੜੇ ਹਮੇਸ਼ਾ ਪੰਥਕ ਹਿੱਤਾਂ ਦੇ ਸਿੱਖ ਜਜ਼ਬਾਤਾਂ ਦੇ ਬੜੀ ਮੌਜ ਨਾਲ ਉਲਟ ਭੁਗਤ ਰਹੇ ਹੋਣ ਤੇ ਸਮਝਦੇ ਇਹ ਹੋਣ ਕਿ ਅਸੀਂ ਸਿੱਖੀ ਦੀ ਸੇਵਾ ਕਰਦੇ ਹਾਂ, ਤੇ ਇਹੋ ਜਿਹੇ ਸਿਆਣਿਆਂ ਬੰਦਿਆਂ ਤੋਂ ਫਿਰ ਮਤਲਬ ਕਿ ਗੱਡਾ ਖੜਾ ਪੰਥ ਦਾ ਨਾ, ਤੇ ਫਿਰ ਉੱਥੇ ਅਰਦਾਸ ਹੀ ਕਰਨੀ ਬਣਦੀ ਆ ਵੀ ਸੱਚੇ ਪਾਤਸ਼ਾਹ ਇਹੋ ਜਿਹੇ ਸਿਆਣਿਆਂ ਸਿੱਖਾਂ ਤੋਂ ਸਾਨੂੰ ਬਖਸ਼। ਤੋ ਸਾਡੇ ਇਤਿਹਾਸ ਵਿੱਚ ਉਹਨਾਂ ਗੁਰਸਿੱਖਾਂ ਦੀ ਚਰਚਾ ਹੁੰਦੀ ਆ ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰੇ ਆ। ਮੌਜੂਦਾ ਭਾਰਤੀ ਹਕੂਮਤੀ ਮਸ਼ੀਨਰੀ ਦਾ ਏਜੰਡਾ ਸਿੱਖਾਂ ਕੋਲੋਂ ਸਿੱਖੀ ਖੋਹਣੀ ਆ ਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨਣਾ। ਜਿਹੜੇ ਸਿੱਖ ਆਪਦੇ ਧਰਮ, ਬੋਲੀ ਤੇ ਸੱਭਿਆਚਾਰ ਦੀ ਰਾਖੀ ਲਈ ਜੂਝ ਰਹੇ ਨੇ ਉਹਨਾਂ ਨੂੰ ਭਾਰਤੀ ਹਕੂਮਤੀ ਮਸ਼ੀਨਰੀ ਦਹਿਸ਼ਤਗਰਦ, ਪਾਕਿਸਤਾਨ ਦੇ ਪਿੱਠੂ, ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਇਹ ਜਿਹੇ ਇਲਜ਼ਾਮ ਲਾਉਂਦੀ ਰਹਿੰਦੀ ਹੈ। ਇਸ ਟੱਕਰ ਦੌਰਾਨ ਸਭ ਤੋਂ ਅਜੀਬ ਉਹ ਸਿਆਣੇ ਸਿੱਖ ਨੇ ਜਿਨ੍ਹਾਂ ਨੇ ਮੱਤਾਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਕਿ ਆਪਦੇ ਧਰਮ ਵਿੱਚ ਦ੍ਰਿੜਤਾ ਜਾਂ ਪਰਪੱਕਤਾ ਦਿਖਾਉਣ ਦੀ ਥਾਂ ਸਿੱਖਾਂ ਨੂੰ ਭਾਰਤੀ ਹਕੂਮਤੀ ਸਿਸਟਮ ਦੇ ਅਨੁਸਾਰ ਆਪਦੇ ਆਪ ਨੂੰ ਢਾਲ ਲੈਣਾ ਚਾਹੀਦਾ ਤੇ ਕੋਈ ਟੱਕਰ ਨਹੀਂ ਲੈਣੀ ਚਾਹੀਦੀ, ਤੇ ਜੋ ਕੁਛ ਇੰਡੀਆ ਜਾਂ ਇੰਡੀਅਨ ਸਿਸਟਮ ਕਹਿੰਦਾ ਜਾਂ ਚਾਹੁੰਦਾ ਸਿੱਖਾਂ ਤੋਂ ਵੀ ਉਹ ਬੜੀ ਮੌਜ ਨਾਲ ਮੰਨ ਲੈਣਾ ਚਾਹੀਦਾ, ਤੇ ਕੋਈ ਇੱਥੇ ਖਤਰਾ ਨਹੀਂ, ਬੜੀ ਵੱਡੀ ਡੈਮੋਕ੍ਰੇਸੀ ਆ ਤੇ ਮੌਜਾਂ ਲੁੱਟੋ। ਐਵੇਂ ਤੁਹਾਨੂੰ ਇਹ ਲੋਕ ਜਿਹੜੇ ਕਹਿੰਦੇ ਆ ਵੀ ਪੰਥ ਖਤਰੇ 'ਚ ਆ ਜਾਂ ਸਿੱਖ ਹਿੱਤਾਂ ਨੂੰ ਕੋਈ ਖਤਰਾ, ਵੀ ਇਹ ਗਲਤ ਕਰ ਰਹੇ ਨੇ। ਇਹ ਜਿਹੜੇ ਕਹਿੰਦੇ ਨੇ ਕਿ ਸਿੱਖੀ ਤਾਂ ਬਚੂਗੀ ਜੇ ਸਿੱਖ ਖਾਲਿਸਤਾਨ ਲੈ ਲੈਣਗੇ, ਇਹ ਅਸਲ ਵਿੱਚ ਕਹਿੰਦੇ ਆ ਵੀ ਇਹ ਖਾਲਿਸਤਾਨ ਦੀ ਗੱਲ ਕਰਕੇ ਇਹ ਆਪਦੀਆਂ ਰੋਟੀਆਂ ਸੇਕ ਰਹੇ ਨੇ। ਇਹ ਜੀ ਆਪਦੇ ਨਿਆਣੇ ਬਾਹਰ ਨੂੰ ਭੇਜ ਦਿੰਦੇ ਆ ਤੇ ਜੀ ਲੋਕਾਂ ਦੇ ਪੁੱਤ ਮਰਵਾਉਂਦੇ ਆ। ਇੱਦਾਂ ਦੀਆਂ ਬੜੀਆਂ ਸਿਆਣੀਆਂ ਕਮਲੀਆਂ ਮਾਰਦੇ ਆ। ਉਹਨਾਂ ਸੱਜਣਾ ਦੀ ਗੱਲ ਜਿਹੜੀ ਆ ਉਹ ਇਉਂ ਆ ਵੀ ਜਿਵੇਂ ਕੋਈ ਬੰਦਾ ਕਿਸੇ ਨੂੰ ਪੁਚਕਾਰ ਕੇ ਉਹਨੂੰ ਘੇਰ ਕੇ ਘੂਰ ਕੇ ਹਰ ਸੰਭਵ ਹੀਲੇ ਨਾਲ ਉਹਨੂੰ ਜਿਹੜਾ ਹੈਗਾ ਕਸਾਈਆਂ ਦੇ ਹਵਾਲੇ ਕਰਨ ਨੂੰ ਫਿਰਦਾ ਹੋਵੇ ਕਿ ਇਹ ਤੁਹਾਨੂੰ ਕੁਛ ਨਹੀਂ ਕਹਿਣਗੇ। ਇੱਕ ਪਾਸੇ ਉਹ ਇੰਡੀਆ ਜਿਹੜਾ ਸਿੱਖੀ ਦੀ ਹੋਂਦ ਹਸਤੀ ਮਿਟਾਉਣ ਨੂੰ, ਸਿੱਖਾਂ ਦੀ ਆਇਡੈਂਟੀਟੀ ਖਤਮ ਕਰਨ ਨੂੰ ਜਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨਣ ਨੂੰ ਤੁਲਿਆ ਹੋਇਆ, ਦੂਜੇ ਪਾਸੇ ਸਾਨੂੰ ਮੱਤਾਂ ਇਹ ਲੋਕ ਇਹ ਦੇ ਰਹੇ ਨੇ ਕਿ ਉਸ ਸਿਸਟਮ ਦੇ ਵਿੱਚ ਯਕੀਨ ਰੱਖੋ, ਉਹ ਸਿਸਟਮ ਬੜਾ ਵਧੀਆ। ਧੰਨ ਨੇ ਇਹੋ ਜਿਹੇ ਸਿਆਣੇ ਤੇ ਧੰਨਾ ਇਹੋ ਜਿਹੇ ਅਸੀਂ ਕਮਲੇ ਜਿਹੜੇ ਇਹਨਾਂ ਤੇ ਯਕੀਨ ਕਰ ਲਾਂਗੇ। ਸਿੱਖ ਕੌਮ ਦੀ ਹੋਂਦ ਹਸਤੀ ਨੂੰ ਖੋਰਾ ਲਾਉਣ ਵਾਲੇ ਹਾਲਾਤਾਂ ਦੇ ਹੱਕ ਵਿੱਚ ਭੁਗਤਣ ਨੂੰ ਇਹ ਲੋਕ ਬਹੁਤ ਵੱਡੀ ਸਿਆਣਪ ਸਮਝਦੇ ਆ ਤੇ ਕਹਿੰਦੇ ਨੇ ਇਹ ਵਿਚਕਾਰਲਾ ਰਾਹ ਵਾ ਤੇ ਇਹ ਵਿਚਕਾਰਲੇ ਰਾਹ ਉੱਤੇ ਚੱਲ ਕੇ ਆਪਣਾ ਬੜਾ ਫਾਇਦਾ ਹੋ ਜਾਊਗਾ। ਇਹ ਲੋਕ ਆਪਦੇ ਆਪ ਨੂੰ ਬੁੱਧੀਜੀਵੀ ਸਮਝ ਲੈਣ, ਗਿਆਨਵਾਨ ਸਮਝ ਲੈਣ, ਸੰਤ ਮਹਾਂਪੁਰਖ ਸਮਝ ਲੈਣ, ਪ੍ਰਚਾਰਕ ਸਮਝ ਲੈਣ, ਜੋ ਮਰਜ਼ੀ ਸਮਝਦੇ ਹੋਣ, ਪਰ ਇਹ ਲੋਕ ਭਾਰਤੀ ਹਕੂਮਤੀ ਸਿਸਟਮ ਨੂੰ, ਕਾਂਗਰਸ ਨੂੰ, ਭਾਜਪਾ ਨੂੰ, RSS ਨੂੰ ਪ੍ਰਵਾਨ ਨੇ, ਕਿਉਂਕਿ ਇਹ ਉਹਨਾਂ ਦੇ ਮਨਪਸੰਦ ਚਿਹਰੇ ਨੇ ਤੇ ਇਹ ਉਹੀ ਸਾਰਾ ਕੁਝ ਕਹਿੰਦੇ ਨੇ ਜਿਹੜਾ ਕੁਝ ਇੰਡੀਆ ਚਾਹੁੰਦਾ। ਪਰ ਇਹਨਾਂ ਦੇ ਕਿਉਂਕਿ ਉੱਪਰ ਦੀ ਗਾਤਰੇ ਕਿਰਪਾਨਾਂ, ਬੜੇ ਬੀਬੇ ਚਿਹਰੇ, ਮੂਹਰੇ ਬੈਠੀ ਪਬਲਿਕ, ਉਹ ਸਾਰੀ ਗੱਲਬਾਤ ਕਰਕੇ ਜਿਹੜਾ ਆਪਾਂ ਅੱਗੇ ਕਹਿੰਦੇ ਹੁੰਦੇ ਸੀ ਵੀ RSS ਆ ਗਈ ਜੀ,
ਫਲਾਨਾ ਹੋ ਗਿਆ। ਹੁਣ ਅਸੀਂ ਕੁਝ ਕਹਿਣ ਜੋਗੇ ਨਹੀਂ, ਕਿਉਂਕਿ ਸਾਡੇ ਵਿੱਚੋਂ ਨੇ, ਸਾਡੇ ਵਰਗੇ ਨੇ, ਤੇ ਸਾਡੀਆਂ ਹੀ ਜੜ੍ਹਾਂ ਵੱਢੀ ਜਾਂਦੇ ਨੇ। ਤੇ ਉਲਟਾ ਜਿਹੜਾ ਬੰਦਾ ਇਹਨਾਂ ਨੂੰ ਰੋਕਦਾ ਟੋਕਦਾ ਜਾਂ ਇਹਨਾਂ ਦੀ ਗੱਲ ਤੇ ਕੋਈ ਕਿੰਤੂ ਪਰੰਤੂ ਕਰਦਾ ਜਾਂ ਸਹੀ ਪੱਖ ਸਮਝਾਉਣਾ ਚਾਹੁੰਦਾ, ਉਹਦੀ ਜਿਹੜੀ ਹੈਗੀ ਆ ਲਾਹ ਕੇ ਉਹਨੂੰ ਮਤਲਬ ਸਮਝਦੇ ਆ ਵੀ ਇਹਨੂੰ ਤਾਂ ਅਕਲ ਨਹੀਂ ਹੈਗੀ ਤੇ ਅਸੀਂ ਬੜੇ ਸਿਆਣੇ ਆ। ਤੇ ਮੂਹਰੇ ਜਿਹੜੇ ਬੈਠੇ ਆ ਵਿਚਾਰੇ, ਉਹ ਜਕਾਰੇ ਛੱਡਣ ਤੋਂ ਬਿਨਾਂ ਕੋਈ ਕੰਮ ਨਹੀਂ ਆਉਂਦਾ। ਤੇ ਸਮਝਤ ਆਪਦੇ ਆਪ ਨੂੰ ਇਹ ਬਹੁਤ ਵਿਦਵਾਨ ਨੇ, ਬੜੇ ਬੁੱਧੀਜੀਵੀ ਆਪਦੇ ਆਪ ਨੂੰ ਸਮਝਦੇ ਆ, ਪਰ ਹਕੀਕਤ ਕੀ ਆ ਕਿ ਇਹ ਸਿੱਖਾਂ ਨੂੰ ਮਰਵਾਉਣ ਦੇ ਰਾਹ ਤੋਰ ਰਹੇ ਨੇ। ਤੇ ਜਿਹੜੀ ਸਰਦਾਰ ਕਪੂਰ ਸਿੰਘ ਲੀਡਰਾਂ ਬਾਰੇ ਗੱਲ ਕਹਿੰਦੇ ਹੁੰਦੇ ਸੀਗੇ ਵੀ ਸਾਡੇ ਹਰੇਕ ਜਿਹੜੇ ਆਹ ਭੇਡਾਂ ਬੱਕਰੀਆਂ ਵਾਲੇ ਨੇ, ਇੱਜੜਾਂ ਵਾਲੇ, ਉਹ ਵੀ ਉਹ ਭੇਡਾਂ ਬੱਕਰੀਆਂ ਦੇ ਇੱਜੜ ਵੀ ਜੇਕਰ ਕਿਸੇ ਗੱਡੀ 'ਚ ਭਰ ਕੇ ਲਿਜਾਂਦੇ ਜਾ ਰਹੇ ਹੋਣ ਤੇ ਬੁੱਚੜਖਾਨੇ ਦੇ ਕੋਲੇ ਜਾ ਕੇ ਉਹਨਾਂ ਨੂੰ ਵੀ ਅਹਿਸਾਸ ਹੋ ਜਾਂਦਾ ਆਲੇ ਦੁਆਲਿਓਂ ਕਿ ਸਾਨੂੰ ਮਾਰਨ ਵਾਲੇ ਥਾਂ ਤੇ ਲੈ ਕੇ ਚੱਲੇ ਆ। ਤੇ ਸਰਦਾਰ ਜੀ ਕਹਿੰਦੇ ਹੁੰਦੇ ਸੀਗੇ ਵੀ ਧੰਨ ਦੇ ਨੇ ਸਿੱਖ ਜਿਹੜੇ ਆਪਦੇ ਲੀਡਰਾਂ ਦੀ ਜਿੰਦਾਬਾਦ ਮੁਰਦਾਬਾਦ ਤਾਂ ਕਰੀ ਜਾਂਦੇ ਨੇ, ਜੈ ਜੈਕਾਰ ਤਾਂ ਕਰੀ ਜਾਂਦੇ ਨੇ, ਪਰ ਇਹ ਨਹੀਂ ਦੇਖਦੇ ਹੈਗੇ ਕਿ ਸਾਨੂੰ ਇਹ ਕਸਾਈਖਾਨੇ ਵੱਲ ਲਿਆ ਰਹੇ ਨੇ। ਪਹਿਲਾਂ ਤਾਂ ਸੀਗੇ ਇਹ ਜਿਹੇ ਲੀਡਰ, ਸਾਡੇ ਲੀਡਰਾਂ ਵਾਲੀ ਗੱਲ ਤਾਂ ਫਿਰ ਕਿਸੇ ਹਿਸਾਬ ਕਿਤਾਬ 'ਚ ਸੀਗੀ। ਹੁਣ ਤਾਂ ਸਾਡੇ ਇਹੋ ਜਿਹੇ ਵਿਦਵਾਨ, ਇਹੋ ਜਿਹੇ ਪ੍ਰਚਾਰਕ, ਇਹੋ ਜਿਹੇ ਗਿਆਨਵਾਨ ਬੁੱਧੀਜੀਵੀ ਪੈਦਾ ਹੋ ਗਏ ਜਿਹੜੇ 1984 ਚੋਂ ਨਿਕਲੀ ਹੋਈ ਪੀੜ ਨੂੰ ਮਿਟਾਉਣ ਦੇ ਲਈ ਪੂਰੇ ਯਤਨਸ਼ੀਲ ਨੇ। 1984 ਮੌਕੇ ਸਿੱਖਾਂ ਨੂੰ ਇੱਕ ਅਕਲ ਆਈ ਸੀ, ਬੜੀ ਕਸੂਤੀ ਤੇ ਬੜੀ ਔਖਾ ਸਬਕ ਆਪਾਂ ਸਿੱਖਿਆ ਸੀ ਕਿ ਜੇ ਸਿੱਖੋ ਸਿੱਖੀ ਬਚਾਉਣੀ ਆ, ਜੇ ਆਪਦੇ ਧਾਰਮਿਕ ਸਥਾਨ ਬਚਾਉਣੇ ਆ, ਜੇਕਰ ਆਪਾਂ ਆਪਦੀ ਹੋਂਦ ਹਸਤੀ ਬਚਾਉਣੀ ਆ, ਤਾਂ ਆਪਾਂ ਨੂੰ ਆਪਦਾ ਰਾਜ ਭਾਗ ਲੈਣਾ ਪਊਗਾ। ਬੇਸ਼ੱਕ ਸਾਡੇ ਕੋਲੇ ਏਡੀ ਵੱਡੀ ਸਮਰੱਥਾ ਨਹੀਂ, ਬੇਸ਼ੱਕ ਸਿੱਖਾਂ ਦੇ ਕੋਲੇ ਓਡੇ ਸਾਧਨ ਤੇ ਸਰੋਤ ਵੀ ਨਹੀਂ, ਹਾਲਾਤ ਵੀ ਨਹੀਂ, ਪਰ ਇਹ ਗੱਲ ਬੜੀ ਵੱਡੀ ਆ ਕਿ ਸਿੱਖ ਜਿਹੜੇ ਆ ਉਹਨਾਂ ਦੇ ਮਨਾਂ ਅੰਦਰ ਬੜੇ ਲੰਮੇ ਅਰਸੇ ਬਾਅਦ ਇੱਕ ਵਾਰ ਫੇਰ ਦੁਬਾਰਾ ਰਾਜ ਕਰਨ ਦੀ ਭਾਵਨਾ ਨੇ ਜਿਹੜੀ ਸੀ ਅੰਗੜਾਈ ਲਈ ਤੇ ਸਿੱਖ ਖਾਲਿਸਤਾਨ ਦੇ ਰਾਹ ਪਏ। ਹੁਣ ਪੂਰੀ ਮਿਹਨਤ ਕੀਤੀ ਜਾ ਰਹੀ ਆ ਕਿ ਖਾਲਿਸਤਾਨ ਦੇ ਖਿਲਾਫ ਹਰੇਕ ਸਿੱਖ ਨੂੰ ਤਿਆਰ ਕਰਨਾ, ਵੀ ਕੋਈ ਵੀ ਸਿੱਖ ਖਾਲਿਸਤਾਨ ਦੇ ਹਮਾਇਤ ਵਿੱਚ ਨਾ ਹੋਵੇ। ਇਹ ਮਾਹੌਲ ਬਣਾਉਣ ਵਾਲੇ ਕਿ ਖਾਲਿਸਤਾਨ ਦੇ ਖਿਲਾਫ ਮਾਹੌਲ ਬਣਾਉਣਾ, ਇਹ ਸਮਝਦੇ ਅਸੀਂ ਬੜੇ ਵੱਡੇ ਸੇਵਾਦਾਰ ਆ ਕੌਮ ਦੇ। ਦੱਸੋ, ਜਿਹੜੇ ਬੰਦੇ ਆਪਣੀ ਕੌਮ ਦੀ ਗੁਲਾਮੀ ਦੇ ਰਾਹ ਮਜ਼ਬੂਤ ਕਰਦੇ ਹੋਣ, ਉਹ ਸਮਝਦੇ ਆ ਕਿ ਅਸੀਂ ਪੰਥ ਦੇ ਬੜੇ ਵੱਡੇ ਸੇਵਾਦਾਰ ਆ। ਤੇ ਗਲਤ ਕਿਹਨਾਂ ਨੂੰ ਦੱਸਦੇ ਆ? ਜਿਹੜੇ ਬੰਦੇ ਕਹਿੰਦੇ ਆ ਕਿ ਕੌਮ ਨੂੰ ਆਜ਼ਾਦ ਹੋਣਾ ਚਾਹੀਦਾ। ਕੌਮ ਦੀ ਆਜ਼ਾਦੀ ਲੋਚਣ ਵਾਲੇ ਬੰਦਿਆਂ ਦੇ ਵਿੱਚ ਘਾਟਾਂ ਕਮਜ਼ੋਰੀਆਂ ਹੋ ਸਕਦੀਆਂ। ਕੌਮ ਦੀ ਆਜ਼ਾਦੀ ਲੋਚਣ ਵਾਲਿਆਂ ਦੀ ਵਰਕਿੰਗ ਸਟਾਈਲ ਵਿੱਚ, ਉਹਨਾਂ ਦੀ ਬੋਲਬਾਣੀ ਵਿੱਚ, ਉਹਨਾਂ ਦੇ ਕਿਸੇ ਐਕਸ਼ਨ ਵਿੱਚ ਪ੍ਰੋਬਲਮ ਹੋ ਸਕਦੀ ਹੈ। ਉਹਨਾਂ ਦੇ ਨਾਲ ਅਸਹਿਮਤ ਹੋਇਆ ਜਾ ਸਕਦਾ। ਜੇਕਰ 100 ਨੁਕਤੇ ਖਾਲਿਸਤਾਨੀ ਧਿਰਾਂ ਦੇ ਲਿਖੇ ਹੋਣ ਤਾਂ 99 ਨੁਕਤਿਆਂ ਦੇ ਉੱਤੇ ਅਸਹਿਮਤੀ ਹੋਣ ਦੇ ਬਾਵਜੂਦ ਵੀ ਕੋਈ ਵੀ ਗੱਲ ਸਾਨੂੰ ਤੁਹਾਡੀ ਮਨਜ਼ੂਰ ਨਹੀਂ, ਉਹਨਾਂ ਦੇ ਨਾਲ ਇਸ ਗੱਲੋਂ ਕਿਤੇ ਨਹੀਂ ਇਨਕਾਰ ਹੋ ਸਕਦਾ ਕਿ ਖਾਲਸੇ ਨੂੰ ਆਪਦਾ ਘਰ ਚਾਹੀਦਾ। ਹਰੇਕ ਡੰਗਰ ਦਾ, ਅਸੀਂ ਪਿੰਡਾਂ 'ਚ ਰਹਿੰਦੇ ਆ, ਸਾਡੇ ਕਈ ਵਾਰੀ 15-15, 20-20 ਪਸ਼ੂ ਰੱਖੇ ਹੁੰਦੇ ਆ, ਤੇ ਜਦੋਂ ਅਸੀਂ ਗਰਮੀਆਂ ਦੇ ਵਿੱਚ ਦਰਖਤਾਂ ਹੇਠੋਂ ਡੰਗਰ ਖੁੱਲੇ ਛੱਡੀਦੇ ਆ ਸ਼ਾਮ ਨੂੰ ਵੀ ਚਲੋ ਖੁਰਨੀਆਂ ਤੇ ਬੰਨੀਏ, ਤਾਂ ਹਰੇਕ ਡੰਗਰ ਆਪੋ ਆਪਦੇ ਕੀਲੇ ਤੇ ਜਾ ਕੇ ਖੜਦਾ। ਉਹ ਡੰਗਰ ਨੇ ਜਾਨਵਰ ਬੇਜ਼ਬਾਨ, ਤੇ ਉਹਨਾਂ ਨੂੰ ਵੀ ਪਤਾ ਵੀ ਅਸੀਂ ਆਪਦੇ ਕੀਲੇ ਤੇ ਖੜਨਾ। ਤੇ ਜੇਕਰ ਕੋਈ ਡੰਗਰ ਦੂਜੇ ਦੀ ਖੁੜਨੀ ਤੇ ਆ ਕੇ ਜਾਂ ਦੂਜੇ ਦੇ ਕੀਲੇ ਉੱਤੇ ਆ ਕੇ ਖੜਦਾ, ਤਾਂ ਉਹ ਜਿਹੜਾ ਜਿਹਦਾ ਇਹ ਕੀਲਾ ਹੁੰਦਾ ਨਾ, ਉਹਦਾ ਉਸ ਟਾਈਮ ਰਵੱਈਆ, ਉਹਦਾ ਵਿਹਾਰ ਦੇਖਣ ਵਾਲਾ ਹੁੰਦਾ ਜਿਵੇਂ ਢੁੱਡਾ ਮਾਰਦਾ ਕਿ ਤੂੰ ਮੇਰੇ ਕੀਲੇ ਤੇ ਕਿਵੇਂ ਆ ਗਿਆ। ਡੰਗਰਾਂ ਨੂੰ, ਜਾਨਵਰਾਂ ਨੂੰ ਵੀ ਆਪਦੇ ਕੀਲੇ ਦਾ ਮਾਣ ਹੁੰਦਾ। ਤੇ ਸਾਨੂੰ ਇੱਥੇ ਮੱਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਖਾਲਿਸਤਾਨ ਦੀ ਗੱਲ ਨਾ ਕਰ ਲਿਓ। ਰਾਜ ਕਰੇਗਾ ਖਾਲਸਾ ਦਾ ਕੌਨਸੈਪਟ ਆ ਜਿਹੜਾ, ਉਹ ਪਿਛਲੀਆਂ ਜਿੰਨੀਆਂ ਸਦੀਆਂ ਸਿੱਖਾਂ ਦੀਆਂ ਲੰਘ ਕੇ ਗਈਆਂ ਨੇ, ਪਿਛਲੀਆਂ 5 ਸਦੀਆਂ ਦੇ ਵਿੱਚ ਹਮੇਸ਼ਾ ਸਿੱਖਾਂ ਦੀ ਉਹ ਅੰਤਰਾਤਮਾ ਨੂੰ ਝਕਝੋਰਦਾ ਰਿਹਾ। ਜਦੋਂ ਵੀ ਕੋਈ ਇਹੋ ਜਿਹੀ ਗੱਲ ਪੜ੍ਹਦੇ ਆ ਜਿਹਦੇ ਵਿੱਚੋਂ ਸਿੱਖਾਂ ਨੂੰ ਆਜ਼ਾਦੀ ਤੇ ਗੁਲਾਮੀ ਦਾ ਅਹਿਸਾਸ ਹੁੰਦਾ ਹੋਵੇ, ਉਹ ਫਿਰ ਬੜਾ ਵੱਡਾ ਉਹਨੂੰ ਇੱਕ ਮਨ ਨੂੰ ਹਲੂਣਾ ਮਿਲਦਾ। ਜਿਵੇਂ ਜਦੋਂ ਆਪਾਂ ਪੜ੍ਹਦੇ ਆ ਕਿ ਜਿਹੜਾ ਹੈਗਾ ਸਭ ਹਰਾਮ ਜੇਤਾ ਕੁਛ ਖਾਏ, ਬਈ ਜੇਕਰ ਇੰਨੀ ਮਾੜੀ ਜ਼ਿੰਦਗੀ ਜਿਉ ਰਹੇ ਹੋਵੋ ਤੇ ਜੇਕਰ ਤੁਹਾਡਾ ਇਹੋ ਜਿਹਾ ਜੀਵਨ ਜਿਉਣ ਨੂੰ ਜੀ ਕਰਦਾ, ਫਿਰ ਤਾਂ ਤੁਸੀਂ ਮਰੇ ਚੰਗੇ ਹੋ। ਸਭ ਹਰਾਮ ਜੇਤਾ ਕੁਛ ਖਾਏ। ਜਾਂ ਬਾਬਾ ਫਰੀਦ ਜੀ ਕਹਿੰਦੇ ਆ ਬਾਣੀ ਦੇ ਵਿੱਚ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਏਵੈ ਰੱਖ ਸੀ ਜੀਓ ਸਰੀਰੋ ਲੈ, ਮੈਨੂੰ ਇਹੋ ਜਿਹੀ ਜ਼ਿੰਦਗੀ ਨਾਲੋਂ ਮੌਤ ਦੇ ਦੇ।
ਬਾਣੀ ਵਿੱਚ ਇਹ ਗੱਲ ਬਾਰ-ਬਾਰ ਆਖੀ ਗਈ ਆ ਕਿ ਗੁਲਾਮੀ ਦੀ ਹਜ਼ਾਰਾਂ ਸਦੀਆਂ ਦੀ ਜ਼ਿੰਦਗੀ ਨਾਲੋਂ ਆਜ਼ਾਦੀ ਦੇ 2-4 ਪਲ ਹੀ ਮੈਨੂੰ ਵਧੀਆ, ਇਹੋ ਜੀ ਜ਼ਿੰਦਗੀ ਨਾਲੋਂ ਤਾਂ ਮੇਰਾ ਮਰਿਆ ਚੰਗਾ, ਇਹੋ ਜਿਹਾ ਜੀਵਨ ਜਿਉਣ ਨਾਲੋਂ ਮੈਂ ਮਰਿਆ ਚੰਗਾ। ਤੇ ਉੱਥੇ ਗੁਰਬਾਣੀ ਸਾਨੂੰ ਇਹ ਹੁਕਮ ਦੇ ਰਹੀ ਆ ਕਿ ਆਜ਼ਾਦ ਹੋ ਕੇ ਜਿਉਣਾ, ਤੇ ਇਹ ਸਾਨੂੰ ਕਹਿੰਦੇ ਆ ਜੀ ਭਾਰਤ ਦੇ ਗੁਲਾਮ ਹੋ ਕੇ ਜਿਉਣਾ। ਕਹਿੰਦੇ ਜੀ ਅਸੀਂ ਬੱਚਿਆਂ ਨੂੰ ਮਰਵਾਉਣਾ ਨਹੀਂ, ਅਸੀਂ ਬੱਚਿਆਂ ਨੂੰ ਵਿਦਵਾਨ ਬਣਾਉਣਾ, ਗਿਆਨਵਾਨ ਬਣਾਉਣਾ, ਉਹਨਾਂ ਨੂੰ ਸਚਿਆਰੇ ਮਨੁੱਖ ਬਣਾਉਣਾ, ਉਹਨਾਂ ਨੂੰ ਫਲਾਨਾ ਕਰਨਾ ਧਮਕਾਨਾ ਕਰਨਾ। ਭਾਈ ਅਸਲ ਵਿੱਚ ਭਾਰਤੀ ਹਕੂਮਤੀ ਮਸ਼ੀਨਰੀ ਨੇ ਜਿਹੜਾ ਵਿਦਿਅਕ ਸਿਸਟਮ ਖੜਾ ਕੀਤਾ ਹੋਇਆ, ਜਿਹਦੇ 'ਚ ਤੁਸੀਂ ਨਿਆਣੇ ਪੜਾਉਣੇ ਆ, ਉਹਦਾ ਪਤਾ ਕੁਛ ਪਤਾ ਤੁਹਾਨੂੰ ਕਿ 1947 ਤੋਂ ਬਹੁਤ ਪਹਿਲਾਂ ਪੰਡਤ ਮਦਨ ਮੋਹਨ ਮਾਲਵੀਆ, ਜਦੋਂ ਗਿਆਨੀ ਸ਼ੇਰ ਸਿੰਘ ਨੇ ਕਿਹਾ ਕਿ ਜੀ ਆ ਜਿਹੜੇ ਮੁਸਲਮਾਨ ਆਪਾਂ ਭਾਰਤ 'ਚ ਰੱਖਣ ਦੀ ਜਿੱਦ ਕਰੀ ਜਾਂਦੇ ਆ, ਇਹਨਾਂ ਨੂੰ ਰੱਖ ਕੇ ਲੈਣਾ ਕੀ ਆ, ਇਹ ਵੀ ਜਾਣ ਦਈਏ ਤੇ ਇੱਥੇ ਤੰਗ ਕਰਿਆ ਕਰਨਗੇ, ਆਪਾਂ ਸਿੱਖ ਤੇ ਜਿਹੜੇ ਹਿੰਦੂ ਆ ਆਪਣੇ ਤਾਂ ਕਾਫੀ ਨੇੜਤਾ ਉਸ ਵਿੱਚ ਹੀ, ਆਪਾਂ ਦੋਨੇ ਕੌਮਾਂ ਇੱਥੇ ਆਰਾਮ ਨਾਲ ਰਹਿ ਲਾਂਗੇ। ਤਾਂ ਉਸ ਮੌਕੇ ਪੰਡਤ ਮਦਨ ਮੋਹਨ ਮਾਲਵੀਆ ਨੇ ਕਿਹਾ ਕਿ ਗਿਆਨੀ ਜੀ आप चिंता मत कीजिए, इन मुसलमानों की मुसलमानी तो हम विद्या नीति में संशोधन करके ही निकाल देंगे। ये जिहड़ी गल आखी सी अज साडे सामने आ भी हज़ारां पढ़े लिखे इहो जिहे तैयार होए फिरदे आ सिख। मुसलमानां दी मुसलमानी कड्डी आ कि नहीं, पर सिखां दी सिक्खी जरूर कड्डी होई आ। पिछले 40-50 साल दे समय दौरान ਇਹੋ ਜਿਹੇ ਭਾਰਤੀ ਹਕੂਮਤੀ ਸਿਸਟਮ ਦੀ ਪੜ੍ਹਾਈ ਦੇ ਕਰਕੇ, ਵਿਦਿਆ ਨੀਤੀ ਕਰਕੇ ਇਹੋ ਜਿਹੇ ਇੱਕ ਨਹੀਂ ਦੋ ਨਹੀਂ ਲੱਖਾਂ ਹੀ ਸਿੱਖ ਪੈਦਾ ਕਰ ਦਿੱਤੇ ਗਏ ਨੇ ਜਿਹੜੇ ਹਿੰਦੂ ਦੇ ਹੱਕ ਵਿੱਚ ਨੇ, ਹਿੰਦੀ ਦੇ ਹੱਕ ਵਿੱਚ ਨੇ ਤੇ ਹਿੰਦੁਸਤਾਨ ਦੇ ਹੱਕ ਵਿੱਚ ਨੇ, ਜਾਣੀ ਕਿ RSS ਦੇ ਬਣੇ ਬਣਾਏ ਮਾਡਲ ਨੇ। ਮੈਂ ਕਈ ਵਾਰ ਇਹ ਗੱਲ ਕਹਿ ਚੁੱਕਿਆ, ਅੱਜ ਮੈਂ ਫੇਰ ਕਹਿਣਾ ਕਿ RSS ਨੇ ਜਿਹੜੀ ਰਾਸ਼ਟਰੀ ਸਿੱਖ ਸੰਗਤ ਬਣਾਈ ਸੀ, ਰਾਸ਼ਟਰੀ ਸਵੈ ਸੇਵਕ ਸੰਘ ਨੇ, RSS ਨੇ ਜਿਹੜੀ ਸਿੱਖਾਂ ਨੂੰ ਡੀਲ ਕਰਨ ਲਈ ਰਾਸ਼ਟਰੀ ਸਿੱਖ ਸੰਗਤ ਬਣਾਈ ਸੀ ਨਾ, ਕਿ ਸਿੱਖਾਂ ਨੂੰ ਅੰਦਰੋਂ ਅੰਦਰ ਹੀ ਖੋਰਾ ਲਾਇਓ, ਸਿੱਖਾਂ 'ਚ ਧੜੇਬਾਜ਼ੀ ਪੈਦਾ ਕਰਿਓ, ਸਿੱਖਾਂ ਨੂੰ ਗਧੀ ਗਿੜ ਪਾ ਕੇ ਰੱਖਿਓ, ਸਿੱਖਾਂ ਦੀ ਜਿਹੜੀ ਹੋਂਦ ਹਸਤੀ ਆ, ਸਿੱਖਾਂ ਦਾ ਫਲਸਫਾ, ਸਿੱਖਾਂ ਦਾ ਇਤਿਹਾਸ ਆ, ਉਹਨੂੰ ਮਲੀਨ ਕਰਿਓ। ਇਹੋ ਜਿਹੇ ਜਿਹੜੇ ਕੰਮ ਦੇ ਕੇ, ਅਸਾਈਨਮੈਂਟਾਂ ਦੇ ਕੇ ਰਾਸ਼ਟਰੀ ਸਿੱਖ ਸੰਗਤ ਬਣਾਈ ਸੀ ਨਾ ਜਿਹੜੀ, ਮੈਨੂੰ ਲੱਗਦਾ ਹੁਣ ਉਹਨਾਂ ਨੂੰ ਇਉਂ ਮਹਿਸੂਸ ਹੋਣ ਲੱਗ ਪਿਆ ਹੋਣਾ ਬਈ ਹੁਣ ਇਹ ਸੰਸਥਾ ਸਾਨੂੰ ਬੰਦ ਕਰ ਦੇਣੀ ਚਾਹੀਦੀ ਆ। ਬਈ ਜਿਹੜੇ ਬੰਦੇ ਦੇ ਉੱਤੇ ਇਹ ਮੋਹਰ ਲੱਗ ਜਾਂਦੀ ਆ ਵੀ ਇਹ RSS ਦਾ ਬੰਦਾ, ਰਾਸ਼ਟਰੀ ਸਿੱਖ ਸੰਗਤ ਦਾ ਬੰਦਾ, ਉਹਦੀ ਤਾਂ ਸਿੱਖਾਂ ਚੋਂ ਔਕਾਤ ਬੁਕਤ ਉਹਦੀ ਤਾਂ ਖਤਮ ਹੋ ਜਾਂਦੀ ਹੈ। ਤੇ ਇਹ ਸੰਸਥਾ ਦਾ ਟੈਗ ਲੱਗਣ ਦੇ ਨਾਲ ਤਾਂ ਸਾਡਾ ਕੰਮ ਵਿਗੜਦਾ, ਤੇ ਇਸ ਕਰਕੇ ਇਹੋ ਜਿਹੀ ਸੰਸਥਾ ਜਿਹੜੀ ਫਰੂਟਫੁੱਲ ਹੀ ਨਹੀਂ ਸਿੱਧ ਹੋ ਰਹੀ, ਉਹ ਤੋਂ ਲੈਣਾ ਕੀ ਆ। ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਉਹਨਾਂ ਨੇ ਹੁਣ ਰਾਸ਼ਟਰੀ ਸਿੱਖ ਸੰਗਤ ਆ ਜਿਹੜੀ, ਉਹਦਾ ਪ੍ਰੋਜੈਕਟ ਤਕਰੀਬਨ ਜਾਂ ਤਾਂ ਬੰਦ ਕਰਦਾ ਹੋਊਗਾ ਜਾਂ ਉਹਦਾ ਕਹਿੰਦੇ ਹੋਣੇ ਆ ਵੀ ਜਿੰਨਾ ਕੁ ਚੱਲਦਾ ਚੱਲੀ ਜਾਣ ਦਿਓ, ਪਰ ਨਵਾਂ ਇਹਦੇ ਵਿੱਚ ਕੁਝ ਕਰਨ ਕਰਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਰਾਸ਼ਟਰੀ ਸਿੱਖ ਸੰਗਤ ਤੋਂ ਜਿਹੜੇ ਕੰਮ ਲੈਣੇ ਸੀ ਉਹ ਸਾਰੇ ਕੰਮ ਕਰਨ ਕਰਾਉਣ ਦੇ ਲਈ ਉਹਨਾਂ ਨੂੰ ਵੈਸੇ ਹੀ ਸਿੱਖਾਂ ਚੋਂ ਬਥੇਰੇ ਲੱਭ ਗਏ। ਇੱਕ ਤਾਂ ਜਿੰਨੇ ਬੰਦੇ ਭਾਰਤੀ ਵਿਦਿਅਕ ਪ੍ਰਣਾਲੀ ਨੇ ਪੈਦਾ ਕੀਤੇ ਹੋਏ ਨੇ, ਜਿੰਨੇ ਸਰਕਾਰੀ ਮੁਲਾਜ਼ਮ ਜਾਂ ਜਿਨ੍ਹਾਂ ਦਾ ਦਿਮਾਗ ਦੀ ਜਿਹੜੀ ਹਾਰਡ ਡਿਸਕ ਆ ਉਹ ਇੰਡੀਅਨ ਨੈਸ਼ਨਲਿਜ਼ਮ ਦੇ ਝੰਡੇ ਚੱਕੀ ਫਿਰਦੀ ਆ, ਜਿਨ੍ਹਾਂ ਦੇ ਅੰਦਰ ਕੀੜਾ ਵੜ ਗਿਆ ਵਾ ਵੀ ਸਿੱਖ ਗਲਤ ਨੇ, ਸਿੱਖੀ ਗਲਤ ਵਾ, ਸਿੱਖਾਂ ਦੇ ਲੀਡਰ ਗਲਤ ਨੇ, ਸਿੱਖਾਂ ਦਾ ਸਿਸਟਮ ਗਲਤ ਆ, ਹਿੰਦੂ ਠੀਕ ਆ, ਹਿੰਦੂ ਤੇ ਹਿੰਦੂਆਂ ਦਾ ਸਿਸਟਮ ਬਹੁਤ ਵਧੀਆ, ਸਿੱਖ ਤਾਂ ਹਿੰਦੂ ਹੀ ਨੇ, ਸਿੱਖ ਤਾਂ ਹਿੰਦੂਆਂ ਚੋਂ ਹੀ ਨਿਕਲੇ ਨੇ। ਤੇ ਹਰ ਉਹ ਸਿੱਖ ਜਿਹੜਾ ਕਹਿੰਦਾ ਹੈਗਾ ਕਿ ਸਾਡੀ ਸਿੱਖੀ ਨੂੰ ਖਤਰਾ ਹਿੰਦੂਆਂ ਤੋਂ, ਵੀ ਉਹ ਦੁਸ਼ਮਣ ਆ। ਇਸ ਤਰ੍ਹਾਂ ਦੇ ਹਜ਼ਾਰਾਂ ਜਿਹੜੇ ਨੇ ਸਿੱਖ ਉਹ ਇਸ ਸਿਸਟਮ ਨੇ ਪੈਦਾ ਕਰ ਲਏ ਆ। ਨਾਲ ਇਹੋ ਜਿਹੇ ਧਾਰਮਿਕ ਅਤੇ ਸਿਆਸੀ ਲੀਡਰਾਂ ਦੀਆਂ ਵੀ ਢੇਰੀਆਂ ਲੱਗੀਆਂ ਪਈਆਂ ਨੇ, ਇਹੋ ਜਿਹੇ ਕਥਾਵਾਚਕ ਪ੍ਰਚਾਰਕਾਂ ਦੀ ਵੀ ਕੋਈ ਘਾਟ ਨਹੀਂ ਜਿਹੜੇ ਸਿੱਖੀ ਦਾ ਬ੍ਰਾਹਮਣੀਕਰਨ ਕਰੀ ਜਾਂਦੇ ਨੇ। ਸੋ ਇਹ ਸਾਰਾ ਕੁਝ ਜਿਹੜਾ ਸਿੱਖੀ ਨੂੰ ਮਲੀਨ ਕਰ ਸਕਦਾ ਜਾਂ ਅਸਲੀ ਸਿੱਖੀ ਨੂੰ ਜਿਹੜਾ ਹੈਗਾ ਥੋੜਾ ਜਿਹਾ ਧੁੰਦਲਾ ਕਰਕੇ ਸਿੱਖਾਂ ਦਾ ਸਿਦਕ ਤੋੜ ਸਕਦਾ, ਉਹ ਸਾਰਾ ਕੁਝ ਕਰਨ ਕਰਾਉਣ ਵਾਲੇ ਤਾਂ ਬਥੇਰੇ ਸਿੱਖ ਪੈਦਾ ਹੋ ਗਏ ਆ। ਤੋ ਹੁਣ ਮੈਨੂੰ ਨਹੀਂ ਲੱਗਦਾ ਵੀ RSS ਨੂੰ ਰਾਸ਼ਟਰੀ ਸਿੱਖ ਸੰਗਤ ਦੇ ਰਾਹੀਂ ਕੁਝ ਕਰਨ ਕਰਾਉਣ ਦੀ ਲੋੜ ਆ। ਹੁਣ ਸਾਡੇ ਕੋਲੇ ਬਥੇਰੇ ਨੇ,
ਆ ਤੁਸੀਂ ਦੇਖ ਲਿਓ ਕਦੇ ਬੀਜੇਪੀ ਦੇ ਜਿਹੜੇ ਬੁਲਾਰੇ ਨੇ ਉਹਨਾਂ ਨੂੰ ਕਦੇ ਟੈਲੀਵਿਜ਼ਨ ਤੇ ਗੱਲ ਕਰਦਿਆਂ ਨੂੰ ਦੇਖਿਓ, ਉਹ ਬਿਲਕੁਲ ਉਹੀ ਬੋਲੀ ਸ਼ੈਲੀ ਬੋਲਦੇ ਆ। ਨਹੀਂ ਤਾਂ ਅਗਲੇ ਧੜੱਲੇ ਨਾਲ ਕਹਿਣ ਕਿ ਅਸੀਂ ਭਾਜਪਾ ਦੇ ਹਮੈਤੀ ਜ਼ਰੂਰ ਆ, ਅਸੀਂ ਆਪਦੇ ਸਿਆਸੀ ਕਾਰਨਾਂ ਕਰਕੇ, ਕਿਉਂਕਿ ਬਾਦਲ ਦਲ 'ਚ ਜਾ ਨਹੀਂ ਸਕਦੇ, ਕਾਂਗਰਸ ਵਿੱਚ ਜਾ ਨਹੀਂ ਸਕਦੇ, ਅਸੀਂ ਭਾਈ ਪੰਜਾਬ ਦੇ ਵਿੱਚ ਭਾਜਪਾ 'ਚ ਵੜ ਗਏ, ਅਸੀਂ ਤਾਂ MLA MP ਬਣ ਕੇ ਨਜ਼ਾਰੇ ਲੈਣ ਵਾਲੇ ਬੰਦੇ ਆ। ਪਰ ਸਾਡਾ ਧਰਮ ਸਿੱਖ ਵਾ ਤੇ ਸਿੱਖ ਹਿੰਦੂ ਨਹੀਂ ਹੁੰਦੇ। ਸਿੱਖੀ ਬਿਲਕੁਲ ਇੱਕ ਆਜ਼ਾਦ ਤੇ ਵਿਲੱਖਣ ਤੇ ਵੱਖਰੀ ਕੌਮ ਆ, ਜਿਹਦਾ ਆਪਦਾ ਸਾਰਾ ਕੁਝ ਵੱਖਰਾ ਵਾ। ਹਿੰਦੂਆਂ ਦੇ ਨਾਲ ਇਹਨਾਂ ਦਾ ਉੱਕਾ ਹੀ ਕੋਈ ਸੰਬੰਧ ਉਹੋ ਜਿਹਾ ਨਹੀਂ ਹੈਗਾ। ਬਥੇਰੇ ਕਈ ਜਿਹੜੇ ਨੇ ਜਿਵੇਂ ਮੁਸਲਮਾਨ ਜਿਹੜੇ ਨੇ ਇਹ ਪਹਿਲੋਂ ਵੀ ਤਾਂ ਕੁਝ ਹੋਣਗੇ, ਹਿੰਦੂ ਜਿਹੜੇ ਨੇ ਉਹ ਵੀ ਪਹਿਲਾਂ ਕੁਝ ਹੋਣਗੇ, ਗੋਰੇ ਈਸਾਈ ਵੀ ਬੋਧੀ ਵੀ, ਹਰ ਕੋਈ ਬੰਦਾ ਪਹਿਲਾਂ ਹੁੰਦਾ ਹੀ ਆ ਕੁਝ, ਫੇਰ ਹੀ ਉਹ ਨਵੀਂ ਚੀਜ਼ ਆ ਗਿਆ। ਤੇ ਇਵੇਂ ਜਿਹੜੀ ਨਵੀਂ ਚੀਜ਼ ਬਣਦੀ ਆ ਉਹਦੇ ਨਾਲ ਜਾਣਿਆ ਜਾਂਦਾ। ਜਿਹੜੇ ਬੋਧੀ ਨੇ ਉਹਨਾਂ ਨੂੰ ਆਪਾਂ ਬੋਧੀ ਕਰਕੇ ਜਾਣਦੇ ਆ, ਹਿੰਦੂਆਂ ਨੂੰ ਹਿੰਦੂ ਕਰਕੇ, ਈਸਾਈਆਂ ਨੂੰ ਈਸਾਈ ਕਰਕੇ। ਇਵੇਂ ਹੀ ਸਿੱਖਾਂ ਨੂੰ, ਚਾਹੇ ਉਹ ਕਿਸੇ ਵੀ ਹੋਰ ਪਹਿਲੋਂ ਪਿਛੋਕੜ ਉਹਨਾਂ ਦਾ ਰਿਹਾ ਹੋਵੇ, ਪਰ ਉਹ ਸਿੱਖ ਨੇ ਅੱਜ। ਤੋ ਇਹੋ ਜਿਹੀ ਜ਼ਰੂਰਤ ਤਾਂ ਹੈ ਨਹੀਂ ਵਿਚਾਰਿਆਂ 'ਚ, ਤੇ ਉਹ ਪੂਰਾ ਜ਼ੋਰ ਲਾ ਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਵੀ ਸਾਡੇ ਤਾਂ ਜੀ ਦਿਨ ਤਿਉਹਾਰ ਇਕੱਠੇ ਨੇ, ਸਾਡਾ ਤਾਂ ਜੀ ਸਰਦਾ ਹੀ ਨਹੀਂ। ਤੋ ਇਸ ਤਰੀਕੇ ਦੀਆਂ ਗੱਲਾਂ ਕਰਾਉਣ ਵਾਲੇ ਲੋਕ ਜਿਹੜੇ ਨੇ ਉਹ ਆਪਦੇ ਆਪ ਨੂੰ ਉਹਨਾਂ ਪੰਥ ਪ੍ਰਸਤ ਸਿੱਖਾਂ ਨਾਲੋਂ ਆਪਦੇ ਆਪ ਨੂੰ ਬਹੁਤ ਸਿਆਣੇ ਸਮਝਦੇ ਆ ਵੀ ਦੇਖਿਓ ਅਸੀਂ ਤਾਂ ਬਣ ਜਾਣਾ MLA, ਅਸੀਂ ਤਾਂ ਬਣ ਜਾਣਾ MP। ਤੇ ਆਹ ਜਿਹੜੇ ਸਿੱਖ ਕਹਿੰਦੇ ਨੇ ਵੀ ਸਿੱਖੀ ਇੱਕ ਵੱਖਰਾ ਧਰਮ ਆ, ਸਿੱਖ ਇੱਕ ਵੱਖਰੀ ਕੌਮ ਆ, ਸਿੱਖਾਂ ਦੀ ਮਰਿਆਦਾ ਵੱਖਰੀ, ਸਿੱਖਾਂ ਦਾ ਫਲਸਫਾ ਵੱਖਰਾ, ਸਿੱਖਾਂ ਦਾ ਇਤਿਹਾਸ ਵੱਖਰਾ, ਸਿੱਖ ਸੋਚ ਵੱਖਰੀ, ਵੀ ਇਹਨਾਂ ਨੂੰ ਕਿਸੇ ਨੇ ਪੁੱਛਣਾ? ਇਹੋ ਜਿਹੇ ਚਾਤਰ ਤੇ ਸਿਆਣੇ ਸਮਝਣ ਵਾਲੇ ਬੰਦੇ ਅਸਲ ਵਿੱਚ ਜਦੋਂ ਕਿਤੇ ਅੱਜ ਤੋਂ 100 ਸਾਲ ਬਾਅਦ ਇਤਿਹਾਸ ਲਿਖਿਆ ਜਾਣਾ, ਉਦੋਂ ਇਹਨਾਂ ਦੀ ਗਿਣਤੀ ਕੌਮ ਦੇ ਗਦਾਰਾਂ 'ਚ ਹੋਣੀ ਹੈ ਕਿ ਇਹਨਾਂ ਲੋਕਾਂ ਨੇ ਉਸ ਮੌਕੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਸਿਸਟਮ ਦਾ ਸਾਥ ਦਿੱਤਾ, ਜਦੋਂ ਇਹਨਾਂ ਦੇ ਮੁਕਾਬਲੇ ਉੱਤੇ ਭਾਵੇਂ ਉਹ ਗਿਣਤੀ 'ਚ ਥੋੜੇ ਹੀ ਸੀ, ਭਾਵੇਂ ਉਹਨਾਂ ਦੀ ਵਾਹ ਨਹੀਂ ਚੱਲੀ, ਪਰ ਉਹ ਬੰਦੇ ਡਟੇ ਰਹੇ ਕਿ ਸਾਡੇ ਧਰਮ ਲਈ, ਸਾਡੀ ਕੌਮ ਲਈ ਇਹ ਸਿਸਟਮ ਗਲਤ ਵਾ। ਤੋ ਜਿਹੜਾ ਭਾਰਤੀ ਹਕੂਮਤੀ ਸਿਸਟਮ ਸਿੱਖਾਂ ਦਾ ਬਾਹਮਣੀਕਰਨ ਕਰ ਰਿਹਾ, ਸਿੱਖਾਂ ਨੂੰ ਵਿਦਿਅਕ ਸਿਸਟਮ ਦੇ ਰਾਹੀਂ ਅੰਦਰੋਂ ਅੰਦਰੀ ਟਾਈਆਂ ਕੋਟਾਂ ਵਾਲੇ ਇਹੋ ਜਿਹੇ ਸਿੱਖ ਬਣਾ ਰਿਹਾ ਜਿਹੜੇ ਸਿੱਖੀ ਦੇ ਉਲਟ ਭੁਗਤਣ ਨੂੰ ਹੀ ਪੰਥ ਦੀ ਸੇਵਾ ਸਮਝੀ ਜਾਣ, ਤਾਂ ਅਸੀਂ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਸਾਰਾ ਕੁਝ ਦੇਖ ਰਹੇ ਹਾਂ ਤਾਂ ਸਾਡੇ ਸਾਹਮਣੇ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ, ਸਾਡੇ ਸਾਹਮਣੇ ਬਾਬਾ ਬਲਾਕਾ ਸਿੰਘ ਵਰਗੇ ਜਿਹੜੇ ਨੇ, ਜਾਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵਰਗੇ ਆ ਸਾਡੇ, ਉਹ ਹੀਰੋ ਸਾਨੂੰ ਰਾਹ ਦਿਖਾਉਂਦੇ ਆ। ਮੈਂ ਇਹ ਸਮਝਦਾ ਕਿ ਜਿਹੜੇ ਅਸੀਂ ਮੀਡੀਆ ਦੇ ਰਾਹੀਂ ਅਸੀਂ ਚਲੋ ਖਾੜਕੂ ਸਿੱਖ ਸੰਘਰਸ਼ ਵਿੱਚੋਂ ਕਿਸੇ ਤਰੀਕੇ ਨਾਲ ਬਚ ਗਏ, ਸਾਡਾ ਜੇ ਬਚਾਅ ਹੋ ਗਿਆ, ਤਾਂ ਅੱਜ ਅਸੀਂ ਭਾਈ ਬਲਾਕਾ ਸਿੰਘ ਵਾਂਗੂ ਸਾਰੀ ਦੁਨੀਆ ਦੇ ਵਿੱਚ ਦਿਖਾਈ ਦੇ ਰਹੇ ਹਾਂ ਕਿ ਜਿੱਥੇ ਭਾਈ ਸਾਡਾ ਘਾਣ ਹੋ ਰਿਹਾ ਇੰਡੀਅਨ ਸਿਸਟਮ ਦੇ ਵੱਲੋਂ, ਉੱਥੇ ਨਾਲ ਦੀ ਨਾਲ ਹੁਣ ਸਾਡੀ ਕੌਮ ਦੇ ਅੰਦਰ ਕਈ ਪੱਗਾਂ ਤਮਾਲਿਆਂ ਵਾਲੇ, ਗੂੜੀਆਂ ਨੀਲੀਆਂ ਕਾਲੀਆਂ ਪੱਗਾਂ ਤੇ ਬੜੇ ਸੋਹਣੇ ਸੁਨੱਖੇ, ਬੜੇ ਵਿਦਵਾਨ ਪ੍ਰਚਾਰਕ ਤੇ ਪਤਾ ਨਹੀਂ ਕੀ ਕੁਛ ਉਹਨਾਂ ਦੇ ਮਗਰ ਅੱਗੇ ਪਿੱਛੇ ਲੱਗਿਆ ਹੋਇਆ, ਵੀ ਇਹ ਜਿਹੜੇ ਲੋਕ ਨੇ ਇਹ ਵੀ ਸਾਡੇ ਧਰਮ ਦਾ ਬੇੜਾ ਗਰਕ ਕਰ ਰਹੇ ਨੇ। ਇਹਨਾਂ ਅਸੀਂ ਤਾਂ ਆਪਦੀ ਦਹਾਈ ਦੇਣੀ ਹੈ, ਜਿਵੇਂ ਭਾਈ ਬਲਾਕਾ ਸਿੰਘ ਨੇ ਜਾ ਕੇ ਬੁੱਢੇ ਜੋੜ ਦਹਾਈ ਦਿੱਤੀ ਸੀ, ਅਸੀਂ ਆਪਦਾ ਫਰਜ਼ ਨਿਭਾ ਰਹੇ ਹਾਂ। ਜੇ ਕਿਸੇ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜਾਂ ਕਿਸੇ ਦੇ ਖਾਨੇ 'ਚ ਨਹੀਂ ਪੈਂਦੀਆਂ, ਹੁਣ ਅਸੀਂ ਤਾਂ ਆਪਦਾ ਉਹਨਾਂ ਨੂੰ ਖੁਸ਼ ਕਰਨ ਲਈ ਤਾਂ ਅਸੀਂ ਝੂਠ ਨਹੀਂ ਬੋਲਣ ਲੱਗ ਜਾਣਾ ਵੀ ਚਲੋ ਜੀ ਕੋਈ ਖਤਰਾ ਨਹੀਂ ਹੈਗਾ, ਇਹ ਬੰਦੇ ਬੜੇ ਮਹਾਨ ਨੇ। ਜਿਹੜੀ ਗੱਲ ਕਿਸੇ ਦੀ ਗਲਤ ਵਾ, ਜੇ ਅੱਜ ਨਹੀਂ ਬੋਲਾਂਗੇ ਸਾਡਾ ਕੁਝ ਬਣੇ ਨਾ ਬਣੇ। ਜਿੱਦਣ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਸੀ, ਉਹ ਦੋਨੇ ਜਾਣੇ ਝੱਲਾਂ 'ਚ ਲੁਕੇ ਹੋਏ, ਉੱਥੋਂ ਦੀ ਨਿੰਗੇ ਜਾਂਦੇ, ਕਹਿੰਦਾ ਸਿੰਘ ਲੱਗਦੇ ਆ, ਕਹਿੰਦਾ ਸਿੰਘ ਤਾਂ ਸਾਰੇ ਖਤਮ ਕਰਤੇ, ਕਹਿੰਦਾ ਕੋਈ ਹੋਰ ਹੋਣੇ ਆ ਐਵੇਂ, ਕਹਿੰਦਾ ਉਹ ਚੱਕ ਕੇ ਉਹਨਾਂ ਨੇ ਦੇਖਿਆ ਵੀ ਇਹ ਤਾਂ ਬੜਾ ਔਖਾ ਕੰਮ ਹੋ ਗਿਆ ਆ, ਤੇ ਉਹਨਾਂ ਨੇ ਉੱਥੇ ਝੰਡਾ ਗੱਡਤਾ ਤੇ ਉੱਥੇ ਮਸੂਲ ਜਿਹੜਾ ਸੀ ਚੁੰਗੀ ਟੈਕਸ ਮਾਲੀਆ ਉਹ ਵਸੂਲਣ ਲੱਗ ਪਏ ਤੇ ਚਿੱਠੀ ਲਿਖ ਕੇ ਦਿੱਲੀ ਉਹਨੂੰ ਲਾਹੌਰ ਦਰਬਾਰ ਨੂੰ ਭੇਜੀ ਕਿ ਖਾਲਸੇ ਦਾ ਰਾਜ ਹੋ ਗਿਆ। ਬੇਸ਼ੱਕ ਦੀ ਉਹ ਬਾਹਲਾ ਲੰਮਾ ਟਾਈਮ ਨਹੀਂ ਕੱਢ ਸਕੇ, ਬੇਸ਼ੱਕ ਉਹ ਮਾਰੇ ਗਏ, ਪਰ ਉਹ ਲੜਨ ਮਰਨ ਤੇ ਅਣਖ ਦਾ ਜਜ਼ਬਾ ਜਿਹੜਾ ਖੜਾ ਕਰਕੇ ਦਿਖਾ ਕੇ ਗਏ ਨਾ, ਉਹ ਅੱਜ ਉਹਨਾਂ ਸਾਲਾਂ 'ਚ, ਉਹਨਾਂ ਦਿਨਾਂ ਦੇ ਵਿੱਚ ਹੋਰ ਵੀ ਬੜੇ ਸਿੱਖ ਜਿਹੜੇ ਸੀ ਉਹ ਉਹਨਾਂ ਦਿਨਾਂ ਦੇ ਵਿੱਚ ਮਾਰੇ ਗਏ।
ਉਹਨਾਂ ਦਿਨਾਂ ਦੇ ਵਿੱਚ ਫੜ ਫੜ ਕੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਸਿੱਖਾਂ ਦੀ ਨਸਲਕੁਸ਼ੀ ਦਾ ਆਰਡਰ ਹੋਇਆ ਹੋਇਆ ਸੀ ਵੀ ਜਿੱਥੇ ਮਿਲਦਾ ਮਾਰ ਦਿਓ। ਸਿੱਖਾਂ ਦੇ ਸੂਹ ਦੇਣ ਵਾਲੇ ਨੂੰ ਅੱਡ ਪੈਸੇ ਸੀ। ਸਿੱਖਾਂ ਨੂੰ ਹਰ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਪਰ ਉਹਨਾਂ ਦਿਨਾਂ ਦੇ ਵਿੱਚ ਬਾਕੀ ਸਿੱਖ ਜਿਹੜੇ ਸੀ ਉਹ ਜਿਵੇਂ ਮਰੇ ਜਾਂ ਸ਼ਹੀਦ ਹੋਏ, ਉਹਨਾਂ ਦੀ ਕਹਾਣੀ ਵੱਖਰੀ ਆ। ਪਰ ਭਾਈ ਗਰਜਾ ਸਿੰਘ ਤੇ ਬੋਤਾ ਸਿੰਘ ਅੱਜ 3 ਸਦੀਆਂ ਬਾਅਦ ਵੀ ਸਾਨੂੰ ਚੇਤੇ ਨੇ, ਕਿਉਂਕਿ ਉਹਨਾਂ ਨੇ ਉਹ ਕੰਮ ਕੀਤਾ ਜਿਹੜਾ ਬਾਕੀਆਂ ਨਾਲੋਂ ਵੱਖਰਾ ਸੀ। ਰਾਜ ਨਹੀਂ ਸੀ ਕਾਇਮ ਕਰ ਗਏ ਉਹ ਸਦਾ ਲਈ, ਪਰ ਜਿੰਨਾ ਟਾਈਮ ਜੀਵੇ, ਜਿੰਨਾ ਟਾਈਮ ਉਹ ਰਹੇ, ਉਹਨਾਂ ਟਾਈਮ ਤਾਂ ਉਹਨਾਂ ਨੇ ਖਾਲਸਾਈ ਜਿਹੜਾ ਜੌਹਰ ਆ ਉਹਦੇ ਦਰਸ਼ਨ ਦਿਦਾਰੇ ਕਰਾਤੇ। ਉਹੀ ਜ਼ਿੰਮੇਵਾਰੀ ਮੈਨੂੰ ਲੱਗਦਾ ਕਿ ਸਾਡੇ ਵਰਗਿਆਂ ਦੀ ਆ। ਅਸੀਂ ਬਾਹਲਾ ਲੰਮਾ ਅਰਸਾ ਬੇਸ਼ੱਕ ਨਾ ਕੱਟੀਏ, ਬੇਸ਼ੱਕ ਸਾਡੇ ਨਾਲ ਲੋਕਾਂ ਦੀ ਸਹਿਮਤੀ ਬਣਾ ਹੋਵੇ, ਉਦੋਂ ਵੀ ਸਾਰੇ ਬੰਦੇ ਥੋੜੀ ਭਾਈ ਗਰਜਾ ਸਿੰਘ ਤੇ ਬੋਤਾ ਸਿੰਘ ਦੇ ਨਾਲ ਆ ਕੇ ਖੜ ਗਏ ਸੀ। ਜਿਹੜੇ ਬਾਹਲੇ ਸਿਆਣੇ ਹੋਣੇ ਆ ਉਹ ਤਾਂ ਉਦੋਂ ਘਰਾਂ 'ਚ ਬੈਠ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਹੋਣੇ ਆ ਵੀ ਲੈ ਐਵੇਂ ਹੀ ਮਰਨ ਦਾ ਰਾਹ ਕਰ ਲਿਆ, ਦੱਸ ਉੱਥੇ ਕੀ ਖੱਟਿਆ। ਇਹ ਜਿਹੜਾ ਕੀ ਖੱਟਿਆ ਵਾਲੇ ਨੇ, ਇਹ ਜਿਹੜੇ ਭਰਾ ਨੇ ਨਾ ਕੀ ਖੱਟਿਆ ਵਾਲੇ, ਇਹੋ ਜਿਹੇ ਉਦੋਂ ਵੀ ਬਥੇਰੇ ਸੀ। ਉਹਨਾਂ ਨੇ ਤਾਂ ਉਦੋਂ ਵੀ ਉਹੀ ਕੁਝ ਕਹਿਣਾ ਸੀ ਤੇ ਅੱਜ ਵੀ ਕਹਿਣਾ। ਉਦੋਂ ਵੀ ਉਹਨਾਂ ਦਾ ਸਾਥ ਨਹੀਂ ਸੀ ਦਿੱਤਾ, ਅੱਜ ਵੀ ਨਹੀਂ ਦਿੱਤਾ। ਉਦੋਂ ਵੀ ਬਥੇਰੇ ਸੀ ਜਿਹੜੇ ਕਹਿੰਦੇ ਹੋਣੇ ਆ ਬਲਾਕਾ ਸਿੰਘ ਨੇ ਐਵੇਂ ਪੰਗਾ ਲੈ ਲਿਆ, ਅੰਮ੍ਰਿਤਸਰੋਂ ਤੁਰਿਆ ਗਿਆ, ਉੱਥੇ ਕੋਈ ਫਾਇਦਾ ਨਿਕਲਿਆ, ਇੱਥੇ ਐਵੇਂ ਮੱਸਾ ਰੰਗੜ ਮਰਵਾਤਾ। ਐਵੇਂ ਹੀ ਬਲਾਕਾ ਸਿੰਘ ਦਾ ਸਾਥ ਦੇਣ ਦੀ ਬਜਾਏ ਉਹਦੀਆਂ ਚੁਗਲੀਆਂ ਜਾਂ ਕਰਨ ਵਾਲੇ ਬਥੇਰੇ ਸੀ। ਐਵੇਂ ਹੀ ਅੱਜ ਵਾ। ਤੇ ਅੱਜ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਸੱਚ ਬੋਲੀਏ, ਬੇਸ਼ੱਕ ਇਤਿਹਾਸ ਵਿੱਚ ਸਾਡਾ ਜ਼ਿਕਰ ਚਾਹੇ ਹੋਵੇ ਚਾਹੇ ਨਾ ਹੋਵੇ, ਪਰ ਆਪਦੇ ਮਨ ਨੂੰ ਤਸੱਲੀ ਹੋਊਗੀ। ਜਦੋਂ ਮਰਾਂਗੇ ਤਾਂ ਮਰਨ ਤੋਂ ਪਹਿਲਾਂ ਮਨ ਵਿੱਚ ਇਹ ਮਲਾਲ ਨਹੀਂ ਹੋਊਗਾ ਕਿ ਕੋਈ ਕਸਰ ਰਹਿ ਗਈ, ਵੀ ਜਿਹੜਾ ਸੇਵਾ ਕਰਨ ਵਿੱਚ ਕੋਈ ਕਮੀ ਰਹਿ ਗਈ ਹੋਵੇ। ਇਹੋ ਜੀ ਗੱਲ ਕੋਈ ਨਹੀਂ। ਜਿੰਨਾ ਕੀਤਾ ਡਟ ਕੇ ਕੀਤਾ ਤੇ ਕੌਮ ਨੂੰ ਠੋਕ ਵਜਾ ਕੇ ਦੱਸਿਆ ਕਿ ਜਿੱਥੇ ਦਿੱਲੀ ਦਰਬਾਰ ਭਾਈ ਤੁਹਾਡੀਆਂ ਜੜ੍ਹਾਂ ਵੱਢ ਰਿਹਾ, ਉੱਥੇ ਦਿੱਲੀ ਦਰਬਾਰ ਦੇ ਹੀ ਏਜੰਡੇ ਨੂੰ ਅੱਗੇ ਵਧਾਉਣ ਲਈ ਤੁਹਾਡੀ ਕੌਮ ਦੇ ਅੰਦਰ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਸਿੱਖ ਵੀ ਸਰਗਰਮ ਨੇ, ਜਿਹੜੇ ਕਹਿੰਦੇ ਤਾਂ ਇਹ ਨੇ ਕਿ ਅਸੀਂ ਪੰਥ ਦੀ ਸੇਵਾ ਕਰ ਰਹੇ ਹਾਂ, ਪਰ ਉਹ ਉਸੇ ਭਾਰਤੀ ਹਕੂਮਤੀ ਸਿਸਟਮ ਦੇ ਗੁਣ ਗਾ ਕੇ, ਡੈਮੋਕ੍ਰੇਸੀ ਦੇ ਗੁਣ ਗਾ ਕੇ, ਖਾਲਿਸਤਾਨ ਦੇ ਵਿਰੋਧ 'ਚ ਭੁਗਤ ਕੇ, ਸਿੱਖਾਂ ਦੀ ਹਰ ਸੰਸਥਾ ਨੂੰ, ਹਰ ਸ਼ਖਸੀਅਤ ਨੂੰ ਭੰਡ ਕੇ ਇਹ ਸਮਝਦੇ ਆ ਕਿ ਅਸੀਂ ਬੜੇ ਮਹਾਨ ਲੋਕ ਆ। ਤੇ ਇਹ ਗੱਲ ਅਸੀਂ ਨੰਗੀ ਕਰ ਰਹੇ ਹਾਂ ਤਾਂ ਅਸੀਂ ਕੌਮ ਦੇ ਜਿਹੜਾ ਹੈਗਾ ਫਰਜ਼ ਵਾ ਉਹ ਨਿਭਾ ਰਹੇ ਹਾਂ। ਮੈਨੂੰ ਯਾਦ ਹੈ ਕਿ ਇੱਕ ਵਾਰ ਬਾਅਦ ਦੀ 2000 ਸਨ ਦੀ ਗੱਲ ਹੋਣੀ ਆ, 2002 ਦੀ ਹੋਣੀ ਹੈ, ਮੈਨੂੰ ਪੁਲਿਸ ਨੇ ਚੱਕ ਲਿਆ ਤੇ ਮੇਰੇ ਉੱਤੇ RDX ਤੇ ਹੋਰ ਅਸਲੇ ਦਾ ਕੇਸ ਜਿਹੜਾ ਸੀ ਬਣਾਉਣ ਦੇ ਲਈ ਪੂਰੀ ਤਿਆਰੀ ਸੀ, ਲੁਧਿਆਣੇ ਜ਼ਿਲ੍ਹੇ 'ਚ ਗੁਰੂਸਰ ਸੁਧਾਰ ਥਾਣੇ ਦੇ ਵਿੱਚ। ਪਰ ਸਾਡੇ ਪਿੰਡ ਦੀ ਸੰਗਤ ਨੇ ਤੇ ਹੋਰ ਲੋਕਾਂ ਨੇ, ਬਾਜ਼ਾਰਦਿਆਂ ਨੇ ਥਾਣੇ ਦਾ ਘਰਾਓ ਕਰ ਲਿਆ, ਮੈਨੂੰ ਛਡਾ ਲਿਆ। ਮੈਂ ਉਦਣ ਤੋਂ ਇਹ ਸਮਝਦਾ ਕਿ ਪਹਿਲਾਂ ਤਾਂ ਚਲੋ ਸੱਚੇ ਪਾਤਸ਼ਾਹ ਨੇ ਜੋ ਕਿਰਪਾ ਕੀਤੀ, ਸੰਘਰਸ਼ ਵਿੱਚ ਬਚ ਗਏ, ਪਰ ਆ ਜਿਹੜਾ ਲੋਕਾਂ ਨੇ ਸਾਡੇ ਆਰਗਿਆਂ ਦੇ ਮਗਰ ਆ ਕੇ ਇਸ ਜ਼ਾਲਮ ਤੇ ਬੁੱਚੜ ਸਿਸਟਮ ਤੋਂ ਸਾਨੂੰ ਬਚਾਇਆ। ਅੱਜ ਅਸੀਂ ਲੋਕਾਂ ਦੇ ਪੁੱਤ ਬਣ ਗਏ। ਅੱਜ ਅਸੀਂ ਇਸ ਕੌਮ ਦੇ ਲਈ, ਇਸ ਕੌਮ ਨੂੰ ਕਦੇ ਪਿੱਠ ਨਹੀਂ ਦਿਖਾਉਣੀ ਚਾਹੀਦੀ ਸਾਨੂੰ। ਤੋਂ ਅੱਜ ਵੀ ਜਦੋਂ ਅੰਦਰੋਂ ਮਨ ਰੋਂਦਾ ਕਿ ਇਹ ਖਾਲਿਸਤਾਨ ਦਾ ਵਿਰੋਧ ਕਰਦੇ ਆ, ਭਿੰਡਰਾਂ ਵਾਲੇ ਸੰਤਾਂ ਨੂੰ ਨਿਸ਼ਾਨਾ ਬਣਾਉਂਦੇ ਆ, ਉਹਨਾਂ ਦੇ ਵਿੱਚ, ਉਹਨਾਂ ਦੀ ਵਰਕਿੰਗ 'ਚ, ਉਹਨਾਂ ਦੇ ਕੰਮਕਾਰ 'ਚ ਨੁਕਸ ਹੋ ਸਕਦੇ ਆ। ਕਿਸੇ ਬੰਦੇ ਨੂੰ ਹੱਕ ਵਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਉਹਨਾਂ ਦੇ ਕਿਸੇ ਬਿਆਨ ਦਾ, ਉਹਨਾਂ ਦੇ ਕਿਸੇ ਐਕਸ਼ਨ ਦਾ ਵਿਰੋਧ ਕਰੇ, ਪਰ ਉਹਨਾਂ ਨੂੰ ਗਲਤ ਦਰਸਾਉਣਾ, ਉਹਨਾਂ ਨੂੰ ਕੌਮ ਦੇ ਵਿਰੋਧੀ ਵਾਂਗੂ ਸਾਬਤ ਕਰਨ ਤੱਕ ਜਾਣਾ, ਇਹ ਗੱਲ ਬਹੁਤ ਹੀ ਨਾਕਾਬਲੇ ਬਰਦਾਸ਼ਤ ਆ। ਦਮਦਮੀ ਟਕਸਾਲ ਦੇ ਵਿੱਚ ਨੁਕਸ ਹੋ ਸਕਦੇ ਆ, ਕੋਈ ਚੱਕਰ ਨਹੀਂ। ਦਮਦਮੀ ਟਕਸਾਲ ਦੇ ਮੌਜੂਦਾ ਪ੍ਰਬੰਧਕਾਂ ਨਾਲ ਜਾਂ ਉੱਥੇ ਕਿਸੇ ਹੋਰ ਸੱਜਣ ਨਾਲ ਜੇਕਰ ਬੇਇਤਫਾਕੀ ਆ, ਉਹਦਾ ਵਿਰੋਧ ਹੋ ਸਕਦਾ, ਪਰ ਦਮਦਮੀ ਟਕਸਾਲ ਨੂੰ ਮੈਂ ਅੱਗੇ ਵੀ ਕਈ ਵਾਰ ਇਹ ਗੱਲ ਫੇਰ ਕਹਿਣਾ ਕਿ ਜਿੱਦਣ 1981 'ਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਦਮਦਮੀ ਟਕਸਾਲ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਨੂੰ ਲਾਲਾ ਜਗਤਨ ਰਹਿਣ ਵਾਲੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਨਾ, ਸਤੰਬਰ ਦੇ ਵਿੱਚ, 9 ਸਤੰਬਰ 1981 ਨੂੰ, ਤਾਂ ਉਦਣ ਹੀ ਸ਼ਾਮ ਨੂੰ ਜਲੰਧਰ ਗੋਲੀ ਚੱਲੀ। ਫੈਡਰੇਸ਼ਨ ਵਾਲਿਆਂ ਨੇ ਅੱਡ, ਬੱਬਰ ਖਾਲਸਾ ਨੇ ਅੱਡ, ਤੇ ਦਲ ਖਾਲਸਾ ਵਾਲੇ ਜਹਾਜ਼ ਅਗਵਾ ਕਰਕੇ ਲੈ ਗਏ ਭਾਜੀ ਗਜਿੰਦਰ ਸਿੰਘ ਤੇ ਸਾਥੀ। ਤੇ ਬਾਬਾ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ ਮੈਨੂੰ ਮੁੱਲ ਖਰੀਦ ਲਿਆ। ਉਹਨਾਂ ਮੋਟਰਸਾਈਕਲ ਵਾਲਿਆਂ ਨੇ ਮੈਨੂੰ ਮੁੱਲ ਖਰੀਦ ਲਿਆ, ਗਜਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ, ਜਿਨ੍ਹਾਂ ਨੇ ਮੇਰੇ ਲਈ ਜਹਾਜ਼ ਅਗਵਾ ਕੀਤਾ। ਤੋਂ ਜਿਸ ਵੇਲੇ ਭਾਈ ਬਾਬਾ ਜੀ ਮਹਾਪੁਰਸ਼
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਅਰੈਸਟ ਕੀਤਾ ਸੀ ਤੇ ਜਿਵੇਂ ਉਹਨਾਂ ਨੂੰ ਰਿੰਗ ਕੇ ਨੀਵੀਂ ਪਾ ਕੇ ਛੱਡਣਾ ਪਿਆ ਸੀ ਸਟੇਟ ਨੂੰ, ਫਿਰ ਉਸ ਵੇਲੇ ਦਿੱਲੀ ਦਰਬਾਰ ਨੇ ਇਹ ਆਪਦੇ ਮਨ ਵਿੱਚ ਪਰਨ ਕਰ ਲਿਆ ਹੋਣਾ, ਅਹਿਦ ਕਰ ਲਿਆ ਹੋਣਾ ਕਿ ਸਿੱਖੋ, ਅੱਜ ਤੁਸੀਂ ਇਸ ਟਕਸਾਲ ਦੇ ਮੁਖੀ ਲਈ, ਬਾਬਾ ਜਰਨੈਲ ਸਿੰਘ ਲਈ ਜਹਾਜ਼ ਅਗਵਾ ਕਰਦੇ ਫਿਰਦੇ ਹੋ, ਮੋਟਰਸਾਈਕਲ ਚੱਕੀ ਫਿਰਦੇ ਹੋ, ਜਾਨ ਤਲੀ ਤੇ ਰੱਖੀ ਫਿਰਦੇ ਹੋ, ਕੱਲਾ ਕੱਲਾ ਬੱਚਾ ਇਸ ਬਾਬੇ ਜਰਨੈਲ ਸਿੰਘ ਦੇ ਪਿੱਠ ਦੇ ਮਗਰ ਖੜ ਗਿਆ ਆ ਕੇ, ਪਰ ਅਸੀਂ ਇਹੋ ਜਿਹੇ ਹਾਲਾਤ ਬਣਾ ਦੇਵਾਂਗੇ ਕਿ ਤੁਸੀਂ ਟਕਸਾਲ ਦੇ ਮੁਖੀ ਨੂੰ ਤੇ ਟਕਸਾਲ ਨੂੰ ਖੁਦ ਨਿੰਦਿਆ ਭੰਡਿਆ ਕਰੋਗੇ। ਹੁਣ ਇੱਕ ਪਾਸੇ ਤਾਂ ਇੰਡੀਅਨ ਸਿਸਟਮ ਦਿੱਲੀ ਤੇ ਨਾਗਪੁਰ ਦਾ ਪੂਰਾ ਜ਼ੋਰ ਲੱਗਿਆ ਹੋਵੇ ਕਿ ਸਾਡੇ ਕੋਲੋਂ ਬਾਬਾ ਜਰਨੈਲ ਸਿੰਘ ਦੀ ਸੰਸਥਾ ਨੂੰ ਮਾੜਾ ਕਹਾਉਣਾ, ਦੂਜੇ ਪਾਸੇ ਸਾਡੀ ਕੌਮ ਦੇ ਆਪਦੇ ਆਪ ਨੂੰ ਸਭ ਤੋਂ ਸਿਆਣੇ ਸਮਝਣ ਵਾਲੇ ਬੰਦੇ ਉਹ ਖੁਦ ਇਸ ਸੰਸਥਾ ਨੂੰ ਨਿੰਦਣ ਭੰਡਣ ਦੇ ਰਾਹ ਤੁਰ ਪੈਣ, ਤਾਂ ਇਹਦੇ ਨਾਲੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਏਜੰਡਾ ਦੋਨਾਂ ਦਾ ਇੱਕ ਬਣ ਗਿਆ ਤੇ ਹਜੇ ਕਹਿੰਦੇ ਆ ਜੀ ਅਸੀਂ ਦਿੱਲੀ ਦਰਬਾਰ ਦੇ ਕਰਿੰਦੇ ਨਹੀਂ ਹੈਗੇ। ਉਹ ਵੀ ਬਾਬਾ ਜਰਨੈਲ ਸਿੰਘ ਨੂੰ ਭੰਡਦੇ ਆ, ਤੁਸੀਂ ਵੀ ਬਾਬਾ ਜਰਨੈਲ ਸਿੰਘ ਨੂੰ ਭੰਡਦੇ ਆ, ਤੁਸੀਂ ਵੀ ਖਾਲਿਸਤਾਨ ਨੂੰ ਗਲਤ ਕਹਿੰਦੇ ਹੋ, ਉਹ ਵੀ ਖਾਲਿਸਤਾਨ ਨੂੰ ਗਲਤ ਕਹਿੰਦੇ ਆ, ਉਹ ਵੀ ਕਹਿੰਦੇ ਆ ਸਿੱਖ ਜਿਹੜੇ ਨੇ ਉਹ ਇਸੇ ਸਿਸਟਮ ਦੇ ਅੰਦਰ ਰਹਿ ਕੇ ਐਵੇਂ ਛਿੱਤਰ ਖਾਈ ਜਾਣ। ਉਹੀ ਮਤਾਂ ਤੁਸੀਂ ਦੇਣ ਤੁਰੇ ਹੋ ਸਿੱਖਾਂ ਨੂੰ ਕਿ ਬਹੁਤ ਵਧੀਆ ਸਿਸਟਮ ਆ। ਕਾਹਦਾ ਸਿਸਟਮ ਵਧੀਆ? 1978 ਤੋਂ ਹੁਣ ਤੱਕ ਜਿਹੜਾ ਇੱਥੇ ਬੁੱਚੜਪੁਣਾ ਹੋਇਆ, ਜੋ KPS ਗਿੱਲ ਦੀ ਕਮਾਂਡ ਹੇਠ ਜਾਂ ਬਿਆੰਤੇ ਦੇ ਕਮਾਂਡ ਹੇਠ ਹੋਇਆ, ਉਹਦਾ ਕੋਈ ਇਨਸਾਫ ਤਾਂ ਕੀ ਮਿਲਣਾ। ਚਲੋ ਇੱਧਰ ਤੁਸੀਂ ਕਹਿ ਸਕਦੇ ਹੋ ਕਿ ਹੋਣਾ ਨਹੀਂ ਸੀ ਇਹ ਕੁਛ, ਜਦੋਂ ਹਥਿਆਰ ਚੱਕ ਕੇ ਮੈਦਾਨ 'ਚ ਆ ਗਏ। ਬੜੇ ਚੁੱਭਦੇ ਨੇ ਹਥਿਆਰ ਤੁਹਾਨੂੰ ਖਾਲਸੇ ਦੇ, ਬਹੁਤ। ਚਲੋ ਮੰਨ ਲਈ ਤੁਹਾਡੀ ਗੱਲ, ਤੁਸੀਂ ਬਾਹਲੇ ਵਿਦਵਾਨ ਹੋ, ਸਾਨੂੰ ਅਕਲ ਘੱਟ ਵਾ, ਪਰ ਸਾਨੂੰ ਇੰਨਾ ਦੱਸ ਦਿਓ, ਨਵੰਬਰ 1984 ਦੇ ਵਿੱਚ ਜਿਹੜਾ ਉੱਥੇ 4-5 ਹਜ਼ਾਰ ਸਿੱਖ ਮਾਰਿਆ ਗਿਆ, ਜਿਹੜੀਆਂ ਬੱਚੀਆਂ ਨਾਲ ਰੇਪ ਹੋਏ ਨੇ, ਜਿਹੜੀਆਂ ਉੱਥੇ ਜਾਇਦਾਦਾਂ ਸਿੱਖਾਂ ਦੀਆਂ ਸਾੜੀਆਂ ਨੇ, ਜਿਹੜੇ ਉੱਥੇ ਗੁਰਧਾਮਾਂ ਨੂੰ ਅੱਗਾਂ ਲਾਈਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਪੱਤੀ ਕੀਤੀ, ਤੇ ਜਿਹੜਾ ਉੱਥੇ ਸਿੱਖਾਂ ਦੀਆਂ ਦਾੜੀਆਂ ਮੁੰਨ ਕੇ ਗਾਲ 'ਚ ਟਾਇਰ ਪਾ ਕੇ ਕਹਿੰਦੇ ਸੀ ਸਿੱਖਣਾ ਡਾਂਸ ਕਰ ਰਿਹਾ ਹੈ, ਉਹਨਾਂ ਸਿੱਖਾਂ ਦੇ ਕੋਲੇ ਕਿਹੜੇ AK-47 ਸੀਗੀਆਂ? ਉਹਨਾਂ ਨੇ ਕੀ ਕਸੂਰ ਕੀਤਾ ਸੀ? ਸਿਰਫ ਇਹੀ ਸੀ ਨਾ ਵੀ ਸਿੱਖਾਂ ਦੇ ਘਰੇ ਜੰਮੇ ਆ। ਸਿੱਖਾਂ ਦਾ ਜਨਮ ਲੈਣਾ ਇਸ ਮੁਲਕ ਦੇ ਵਿੱਚ ਗੁਨਾਹ ਬਣਿਆ ਪਿਆ ਹੋਵੇ ਤੇ ਤੁਸੀਂ ਕਹੋ ਜੀ ਇਹ ਮੁਲਕ ਬੜਾ ਵਧੀਆ ਡੈਮੋਕ੍ਰੇਟਿਕ ਆ, ਤੇ ਇਹ ਸਿਸਟਮ ਪੂਰੇ ਦਾ ਪੂਰਾ ਉਹਨਾਂ ਲੋਕਾਂ ਨੂੰ MP MLA ਬਣਾਵੇ, ਉਹਨਾਂ ਨੂੰ ਵਜ਼ੀਰੀਆਂ ਦੇਵੇ, ਤੇ ਤੁਸੀਂ ਕਹਿੰਦੇ ਹੋ ਜੀ ਇਹ ਸਿਸਟਮ ਬੜਾ ਵਧੀਆ। ਇਹ ਸਿਸਟਮ ਜੇਕਰ ਕੋਈ ਸਿੱਖਾਂ ਦਾ ਪੁੱਤ ਨਾ ਵੀ ਕੋਈ ਗੜਬੜ ਕੋਈ ਗੱਲ ਕੀਤੀ ਹੋਵੇ, ਉਹਨੇ ਕੋਈ ਘਟਨਾ ਨਾ ਵੀ ਵਪਰਾਈ ਹੋਵੇ, ਜੇ ਮਾੜਾ ਜਿਹਾ ਮੁੱਛ ਨੂੰ ਪਟਾ ਦੇਣ ਵਾਲਾ ਅਣਖ ਗੈਰਤ ਵਾਲਾ ਹੋਵੇ, ਉਹਨੂੰ ਚੱਕ ਕੇ ਉਮਰ ਕਿੱਦਾਂ ਕਿ ਲਓ ਜੀ ਇਹਨਾਂ ਕੋਲੋਂ ਤਾਂ ਸੰਤ ਜਰਨੈਲ ਸਿੰਘ ਨਾਲ ਸੰਬੰਧਿਤ ਜਾਂ ਕਿਤਾਬਾਂ ਲਿਟਰੇਚਰ ਫੜਿਆ ਗਿਆ ਜੀ, ਇਹ ਤਾਂ ਐਂ ਕਰਦੇ ਆ, ਨਵਾਂ ਸ਼ਹਿਰ ਦੀ ਅਦਾਲਤ ਨੇ ਕੀਤਾ। ਦੂਜੇ ਪਾਸੇ ਹਿੰਦੂ ਹਿੱਤ ਦੇ ਵਿੱਚ ਸ਼ਰੇਆਮ ਅਸੀਮਾਨੰਦ ਨੇ ਮੰਨਿਆ ਸੀ ਕਿ ਸਾਧਵੀ ਪ੍ਰਗਿਆ, ਕਰਨਲ ਪ੍ਰੋਹਿਤ ਤੇ ਹੋਰ ਲੌਂਗਲਾਣੇ ਨੇ ਕੀ ਵਾਰਦਾਤਾਂ ਕਿੱਡੇ ਖਤਰਨਾਕ ਬੰਬ ਧਮਾਕਿਆਂ ਦੇ ਵਿੱਚ ਉਹ ਕੁੜੀ ਇਨਵੋਲਵ ਸੀ, ਤੇ ਉਹ ਸਾਧਵੀ ਪ੍ਰਗਿਆ ਨੂੰ MP ਬਣਾਇਆ ਤੇ ਉਹ ਚੌਧਰ ਪੂਰੀ ਕਰਦੀ ਆ, ਲੀਡਰੀ ਉਹ ਝਾੜਦੀ ਫਿਰਦੀ ਆ। ਇੱਕ ਪਾਸੇ ਤਾਂ ਇਸ ਮੁਲਕ ਦੀ ਡੈਮੋਕ੍ਰੇਸੀ 'ਚ ਤੁਹਾਨੂੰ ਯਕੀਨ ਆ, ਇੱਕ ਪਾਸੇ ਤਾਂ ਉਹ ਸਾਧਵੀ ਪ੍ਰਗਿਆ ਵਰਗੀ ਬੰਬ ਧਮਾਕਿਆਂ ਦੇ ਵਿੱਚ ਇਨਵੋਲਵ ਹੋਵੇ ਤੇ ਉਹ MP ਬਣ ਕੇ ਬੈਠੀ ਹੋਵੇ। ਦੂਜੇ ਪਾਸੇ ਸਿੱਖਾਂ ਦਾ ਕੀ ਹਾਲ ਆ? ਨਵਾਂ ਸ਼ਹਿਰ 4 ਜਵਾਕਾਂ ਦੇ ਕੋਲ ਕਿਤਾਬਾਂ ਫੜੀਆਂ ਗਈਆਂ, ਚੱਕ ਕੇ ਕੇਸ ਬਣਾਤਾ। ਅਜੇ ਇਹ ਡੈਮੋਕ੍ਰੇਸੀ ਆ? ਡੈਮੋਕ੍ਰੇਸੀ ਆ। ਤੇ ਜਿਹੜਾ ਇਸ ਸਿਸਟਮ ਦੇ ਵਿੱਚ ਦਿੱਲੀ ਦੇ ਖਿਲਾਫ, ਨਾਗਪੁਰ ਦੇ ਖਿਲਾਫ ਕੋਈ ਵੀ ਲੜਿਆ, ਜਾਂ ਜਿਹੜਾ ਵੀ ਸਿੱਖਾਂ ਦੀ ਹੋਂਦ ਹਸਤੀ ਲਈ ਲੜਿਆ, ਉਹਨੂੰ ਰੱਜ ਕੇ ਦਿੱਲੀ ਦਰਬਾਰ ਨੇ ਬਦਨਾਮ ਕੀਤਾ, ਉਹਨੂੰ ਰੱਜ ਕੇ ਭੰਡਿਆ। ਹਰ ਉਹ ਸੰਸਥਾ, ਉਹਦਾ ਨੁਕਸਾਨ ਕੀਤਾ ਗਿਆ। ਸਿੱਖਾਂ ਕੋਲੋਂ ਸਾਰਾ ਕੁਝ ਖੋਹ ਲੈਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਅੰਨੇ ਨੂੰ ਵੀ ਦਿਖਦਾ। ਸਾਡੀ ਸੰਸਥਾ ਹੁੰਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਜ ਉਹ ਸਾਡੀ ਸੰਸਥਾ ਨਹੀਂ ਰਹੀ। ਦਿੱਲੀ ਦਰਬਾਰ ਦੀਆਂ ਖੁਫੀਆ ਏਜੰਸੀਆਂ ਨੇ ਜੋ ਮਰਜ਼ੀ ਕੀਤਾ, ਅੱਜ ਉਹ ਸੰਸਥਾ ਸਿੱਖ ਹਿੱਤਾਂ ਦੀ ਬਜਾਏ ਸਿੱਖ ਹਿੱਤਾਂ ਦੇ ਉਲਟ ਜ਼ਿਆਦਾ ਭੁਗਤਦੀ ਹੈ। ਦੂਜੇ ਪਾਸੇ ਸਾਡੀ ਸੰਸਥਾ ਸੀ ਸ਼੍ਰੋਮਣੀ ਅਕਾਲੀ ਦਲ, ਉਹ ਪੰਥ ਦੇ ਸੇਵਕਾਂ ਦੀ ਇੱਕ ਇਹੋ ਜਿਹੀ ਜਮਾਤ ਸੀ ਕਿ ਦੁਨੀਆ ਭਰ ਦਾ ਸਿੱਖ ਜਿਹੜਾ ਸੀ ਉਹ ਜਾਣਦਾ ਸੀ ਕਿ ਅਕਾਲੀ ਹੋਣ ਦੇ ਅਰਥ ਕੀ ਹੁੰਦੇ ਨੇ। ਅਕਾਲੀ ਹੋਣ ਦੇ ਅਰਥ ਹੁੰਦੇ ਸੀ ਗੁਰੂ ਦੇ ਪਿਆਰੇ ਸਿੱਖ, ਜਿਹੜੇ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਈਨ ਨਹੀਂ ਮੰਨਦੇ। ਤੇ ਇਹੋ ਜਿਹੇ ਅਕਾਲੀ ਦਲ ਦਾ
ਕੀ ਹਾਲ ਕਰ ਦਿੱਤਾ ਇਹ ਸਿਸਟਮ ਨੇ, ਉਹ ਸਾਡੇ ਕੋਲੋਂ ਖੋਹ ਲਿਆ ਗਿਆ। ਫਿਰ ਸਾਡਾ ਸੀ ਅਕਾਲ ਤਖਤ ਸਾਹਿਬ। ਅਕਾਲ ਤਖਤ ਸਾਹਿਬ ਨੂੰ ਇਮਾਰਤ ਦੇ ਰੂਪ ਦੇ ਵਿੱਚ ਜੋ ਨੁਕਸਾਨ ਪਹੁੰਚਾਇਆ 1984 ਚ, ਉਹ ਤਾਂ ਇੱਕ ਗੱਲ ਆ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦ ਪਦਵੀ ਦੀ, ਉਹਦੇ ਹੁਕਮਨਾਮੇ ਦੀ, ਅਕਾਲ ਤਖਤ ਸਾਹਿਬ ਦੇ ਫਲਸਫੇ ਦੀ ਜਿਸ ਤਰੀਕੇ ਨਾਲ ਹੇਠੀ ਕੀਤੀ ਗਈ ਆ, ਜਿਸ ਤਰੀਕੇ ਨਾਲ ਇਹਦਾ ਨੁਕਸਾਨ ਕੀਤਾ ਗਿਆ, ਉਹ ਕਿਹਨੇ ਕੀਤਾ ਤੇ ਕਰਵਾਇਆ? ਉਹ ਦਿੱਲੀ ਦਰਬਾਰ ਦੀਆਂ ਖੁਫੀਆ ਏਜੰਸੀਆਂ ਦਾ ਪ੍ਰੋਜੈਕਟ ਵਾ ਕਿ ਅਕਾਲ ਤਖਤ ਸਾਹਿਬ ਦਾ ਨਾਮੋ ਨਿਸ਼ਾਨ ਸਿੱਖਾਂ ਦੇ ਮਨਾਂ ਵਿੱਚੋਂ ਮਿਟਾਉਣਾ। ਅੱਗੇ ਫਿਰ ਗੱਲ ਸੀ ਸਾਡੀਆਂ ਸੰਸਥਾਵਾਂ, ਚਾਹੇ ਉਹ ਦਮਦਮੀ ਟਕਸਾਲ ਆ, ਚਾਹੇ ਉਹ ਅਖੰਡ ਕੀਰਤਨੀ ਜਥਾ, ਇਹਨਾਂ ਸਾਰਿਆਂ ਦੇ ਬਾਰੇ ਇੰਨਾ ਕੁ ਜ਼ਿਆਦਾ ਭੈੜਾ ਤੇ ਮਾੜਾ ਸਿੱਖਾਂ ਦੇ ਕੋਲੋਂ ਕਹਾਉਣਾ ਕਿ ਸਿੱਖ ਕਹਿਣ ਕਿ ਇਹ ਕੋਈ ਸੰਸਥਾਵਾਂ ਨੇ। ਅੱਜ ਇਹ ਸਾਰਾ ਕੁਝ ਜਿਹੜਾ ਦਿੱਲੀ ਦਰਬਾਰ ਨੇ ਕੀਤਾ ਤੇ ਕਰਵਾਇਆ ਤੇ ਕਰ ਰਹੀ ਆ, ਜੇਕਰ ਕੋਈ ਸਿੱਖਾਂ ਦੇ ਵਿੱਚੋਂ ਬਾਹਲਾ ਬੁੱਧੀਵਾਨ ਉੱਠ ਕੇ ਕਵੇ ਕਿ ਹਾਂ ਜੀ ਜੋ ਕੁਝ ਦਿੱਲੀ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ, ਵਾਕਿਆ ਹੀ ਭਿੰਡਰਾਂ ਵਾਲਾ ਬੜਾ ਮਾੜਾ ਸੀ, ਬੜਾ ਜੀ ਸ਼ਾਸਤਰ ਬੜੇ ਮਾੜੇ ਨੇ, ਸਮਝ ਨਹੀਂ ਆਉਂਦੀ। ਗੁਰੂ ਪਾਤਸ਼ਾਹ ਨੇ ਜੋ ਕੁਝ ਕਿਹਾ ਉਹਨੂੰ ਮੰਨਣ ਵਾਲਾ ਬਾਬਾ ਜਰਨੈਲ ਸਿੰਘ ਕਿਹੜੇ ਹਿਸਾਬ ਨਾਲ ਗਲਤ ਸੀ? ਕੀ ਗੁਰੂ ਪਾਤਸ਼ਾਹ ਨੇ ਨਹੀਂ ਕਿਹਾ ਕਿ ਬਿਨ ਸ਼ਾਸਤਰਮ ਕੇਸਮ ਮੋਹੇ ਦੇਹੋ ਨਾ ਦਦਾਰੇ? ਗੁਰੂ ਪਾਤਸ਼ਾਹ ਦਾ ਹੁਕਮ ਹੈ ਕਿ ਨਹੀਂ ਕਿ ਭਾਈ ਸ਼ਾਸਤਰਾਂ ਤੇ ਕੇਸਾਂ ਤੋਂ ਬਿਨਾ ਮੇਰੇ ਮੱਥੇ ਨਾ ਲੱਗੀ? ਸ਼ਾਸਤਰਾਂ ਨੂੰ ਧਾਰਨ ਕਰਨ ਦਾ ਹੁਕਮ ਦੇਣ ਕਲਗੀਧਰ ਸ਼ਹਿਨਸ਼ਾਹ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਸਾਨੂੰ ਤਖਤਾਂ ਤਾਜਾਂ ਵਾਲੇ ਕਰਨ, ਤੇ ਸਾਨੂੰ ਅੱਜ ਮੱਤਾਂ ਦਿੱਤੀਆਂ ਜਾ ਰਹੀਆਂ ਨੇ ਕਹਿੰਦੇ ਭਿੰਡਰਾਂ ਵਾਲਾ ਬੜਾ ਮਾੜਾ ਸੀ, ਇਹਨੇ ਕਹਤਾ ਹਥਿਆਰ ਚੱਕ ਲਓ। ਜੇ ਹਥਿਆਰ ਚੱਕਣ ਨੂੰ ਕਿਹਾ ਤਾਂ ਬਾਬਾ ਜਰਨੈਲ ਸਿੰਘ ਨੇ ਨਾਲ ਇਹ ਗੱਲ ਕਹੀ ਵੀ ਹਥਿਆਰ ਰੱਖ ਕੇ ਕਿਸੇ ਦੇ ਉੱਤੇ ਵਧੀਕੀ ਕਰਨੀ, ਕਿਸੇ ਦੀ ਧੀ ਭੈਣ ਨੂੰ ਬੇਪਤ ਕਰਨਾ, ਜਾਂ ਕਿਸੇ ਰੇਹੜੀ ਵਾਲੇ ਨੂੰ ਫੜੀ ਵਾਲੇ ਨੂੰ ਮਾਰ ਦੇਣਾ, ਕਿਸੇ ਤੇ ਜ਼ੁਲਮ ਕਰਨਾ, ਇਹ ਸਿੱਖ ਦਾ ਕੰਮ ਨਹੀਂ। ਪਰ ਆਪਦੇ ਧਰਮ ਲਈ, ਕੌਮ ਲਈ ਸਹੀ ਗੱਲ ਕਰਨੀ ਇਹ ਸਿੱਖ ਦਾ ਫਰਜ਼ ਵਾ। ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਦਾ ਬਦਲਾ ਲੈਣਾ ਸਿੱਖ ਦਾ ਹੱਕ ਵਾ। ਇਹ ਸੰਤ ਜਰਨੈਲ ਸਿੰਘ ਦੱਸੋ ਇਹ ਚ ਕਿਵੇਂ ਗਲਤ ਸੀ? ਅੱਜ ਆ ਥਾਂ ਥਾਂ ਤੇ ਬੇਅਦਬੀਆਂ ਹੋ ਰਹੀਆਂ ਨੇ, ਅੱਜ ਇਹ ਡੈਮੋਕ੍ਰੇਸੀ ਨਾਲ ਇਹ ਬਾਜਾਂ ਮਾਰਾਂਗੇ ਸਿਰ 'ਚ ਉਹਨਾਂ ਦੇ? ਜੇਕਰ ਕੋਈ ਬੰਦਾ ਆਪਦੇ ਸਿਰ ਤੇ ਖੇਡ ਖੇਡਦਾ, ਜਿਹਨੇ ਵੀ ਹਥਿਆਰਾਂ ਵਾਲੇ ਰਾਹ ਤੁਰਨਾ, ਨਾ ਤਾਂ ਉਹਨੇ ਮੈਨੂੰ ਪੁੱਛ ਕੇ ਤੁਰਨਾ, ਨਾ ਮੇਰੇ ਕਹਿਣ ਤੇ ਰੁਕਣਾ। ਜੇਕਰ ਕੋਈ ਗੁਰੂ ਦਾ ਪਿਆਰਾ ਆਪਦੇ ਸਿਰ ਦੇ ਉੱਤੇ ਇਹੋ ਜੀ ਕੋਈ ਗੱਲ ਕਰਦਾ ਕਰਾਉਂਦਾ, ਤਾਂ ਸਾਨੂੰ ਕੀ ਮਿਰਚਾਂ ਲੜਦੀਆਂ ਵੀ ਅਸੀਂ ਕਾਹਤੋਂ ਉਹਦੇ ਰਾਹ ਦੇ ਵਿੱਚ ਖੜ ਜਾਈਏ ਕਿ ਨਹੀਂ ਜੀ ਹਮ ਨਹੀਂ ਐਸੇ ਹੋਣੇ ਦੇਂਗੇ? ਕਿੰਨਾ ਭੈੜਾ ਤੇ ਮਾੜਾ ਮਾਹੌਲ ਬਣਾਉਣ ਤੇ ਤੁਰ ਪਏ। ਖਾਲਿਸਤਾਨ ਵੀ ਗਲਤ ਰਾ, ਸ਼ਾਸਤਰ ਵੀ ਗਲਤ ਨੇ, ਤੇ ਤੁਸੀਂ ਵੀ ਇਕੱਲੇ ਠੀਕ ਹੋ ਗਏ। ਸਾਡੇ ਸਾਰੇ ਇਤਿਹਾਸ ਦੇ ਉਹ ਸਰੋਤਾਂ ਉੱਤੇ ਤੁਸੀਂ ਨਿਸ਼ਾਨੀਆਂ ਲਾਈ ਜਾਂਦੇ ਹੋ, ਆ ਵੀ ਗਲਤ, ਆ ਵੀ ਗਲਤ ਤੇ ਆ ਵੀ ਗਲਤ, ਸਾਰਾ ਕੁਝ ਹੀ ਗਲਤ ਹੋ ਗਿਆ, ਇਕੱਲੇ ਤੁਸੀਂ ਬੈਠੇ ਠੀਕ ਹੋ ਗਏ। ਪਿਛਲੇ ਜਿਹੜੀਆਂ 3 ਸਦੀਆਂ ਦੇ ਵਿੱਚ ਜੋ ਕੁਝ ਖਾਲਸੇ ਨੇ ਕੀਤਾ, ਜਿਨ੍ਹਾਂ ਰਵਾਇਤਾਂ ਤੇ ਪਹਿਰਾ ਦੇ ਕੇ ਕੀਤਾ, ਜਿਨ੍ਹਾਂ ਪਰੰਪਰਾਵਾਂ ਤੋਂ ਪ੍ਰੇਰਨਾ ਲੈ ਕੇ ਕੀਤਾ, ਜਿਹੜੀ ਮਰਿਆਦਾ ਤੇ ਚੱਲ ਕੇ ਕੀਤਾ, ਉਹ ਸਾਰਾ ਕੁਝ ਕਿਵੇਂ ਗਲਤ ਆ? ਕੱਲ ਪਰਸੋਂ ਇੱਕ ਦਰਗੀਰ ਦਾ ਆਇਆ ਸੀਗਾ, ਕਹਿੰਦਾ ਜੀ ਅਕਾਲ ਤਖਤ ਸਾਹਿਬ ਦੱਸੋ ਮੈਨੂੰ ਐ ਤੇ ਫਲਾਨਾ। ਉਹ ਭਾਈ ਤੇਰੀ ਹੋਈ ਲਿਖੀ ਹੋਈ ਕਿਤਾਬ ਪੜ੍ਹ ਕੇ ਅਸੀਂ ਲੋਕਾਂ ਨੂੰ ਮਤਾਂ ਦਿੰਦੇ ਆ ਕਿ ਅਕਾਲ ਤਖਤ ਦਾ ਫਲਸਫਾ ਕੀ ਆ, ਅਕਾਲ ਤਖਤ ਤੇ ਕਿਵੇਂ ਪੇਸ਼ ਹੋਣਾ, ਅਕਾਲ ਤਖਤ ਦਾ ਇਤਿਹਾਸ ਕੀ ਆ। ਅੱਜ ਤੈਨੂੰ ਚੇਤਾ ਆ ਗਿਆ, ਇਹ ਕਿੱਥੋਂ ਬੁਰਕੀ ਪੈ ਗਈ? ਨਿੱਤ ਨਵੇਂ ਤੋਂ ਨਵਾਂ ਸਾਹਮਣੇ ਆ ਕੇ ਸਿੱਖਾਂ ਦੀਆਂ ਜਿਹੜੀਆਂ ਨੇਗੀਆਂ ਸਿੱਖੀ ਦੀਆਂ ਜੜ੍ਹਾਂ ਹਿਲਾ ਰਿਹਾ, ਤੇ ਉੱਪਰ ਦੀ ਭਾਲ ਦੇ ਸਾਤੋਂ ਨੇ ਵੀ ਸਾਨੂੰ ਕੋਈ ਕੁਝ ਕਵੇ ਨਾ। ਬੇਸ਼ੱਕ ਪੂਰੀ ਦੀ ਪੂਰੀ ਕੌਮ ਨੂੰ ਤੁਸੀਂ ਆਪਦੇ ਮਗਰ ਲਾ ਕੇ ਅੱਜ ਗਲਤ ਕਹਾ ਲਓ, ਪਰ ਸਮਾਂ ਆਊਗਾ ਸੱਚ ਦਾ ਸੂਰਜ ਜਿਹੜਾ ਹੈ ਉਹਦਾ ਆਪਦਾ ਹੀ ਜਲਵਾ ਹੁੰਦਾ, ਤੇ ਉਹ ਸੱਚ ਸਾਡੇ ਕੋਲ ਆ। ਸਾਨੂੰ ਪਤਾ ਹੈ ਕਿ ਜੋ ਕੁਝ ਗੁਰੂ ਪਾਤਸ਼ਾਹ ਦੇ ਹੁਕਮ ਨੇ, ਜੋ ਸਾਡੀ ਬਾਣੀ ਅਤੇ ਇਤਿਹਾਸ ਸਾਨੂੰ ਪ੍ਰੇਰਨਾ ਦਿੰਦੇ ਆ, ਸਹੀ ਗੱਲ ਉਹ ਆ ਖਾਲਸੇ ਨੂੰ ਗੁਲਾਮ ਨਹੀਂ ਰਹਿਣਾ ਚਾਹੀਦਾ। ਸਾਡੇ ਇਤਿਹਾਸ ਵਿੱਚ ਆ ਕਿ ਰਾਜ ਕਰਹਿ ਕਿ ਲੜ ਮਰੇ ਹੈ, ਜਾਂ ਤਾਂ ਰਾਜ ਕਰਦਾ ਖਾਲਸਾ ਜਾਂ ਮਰਦਾ, ਤੇ ਤੁਸੀਂ ਕਹਿੰਦੇ ਹੋ ਅਸੀਂ ਮਰਵਾਉਣਾ ਨਹੀਂ। ਇੱਥੇ ਤਾਂ ਬਾਣੀ ਤਾਂ ਇਹ ਕਹਿੰਦੀ ਆ ਪਹਿਲਾ ਮਰਨ ਕਬੂਲ। ਉਸ ਜਿਹੜਾ ਦਹਾਈ ਜੀ ਦਿੰਦੇ ਹੁੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਫਿਰ ਗੁਰੂ ਗ੍ਰੰਥ ਸਾਹਿਬ ਤਾਂ ਇਹ ਕਹਿੰਦਾ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਉਹ ਤਾਂ ਕਹਿੰਦਾ ਸਾਰੀ ਆਸ ਹੀ ਛੱਡ ਦੇ। ਫਿਰ ਮੇਰੇ ਕੋਲੇ ਆਈ ਕਹਿੰਦਾ ਜੇਕਰ ਬੰਦੇ ਵਾਲੀ ਗੱਲ ਦਿਮਾਗ 'ਚ ਹੋਈ, ਤੇ ਤੁਸੀਂ ਕਹਿੰਦੇ ਹੋ ਅਸੀਂ ਗਿਆਨਵਾਨ ਬਣਾਉਣਾ। ਕਿਹੜਾ ਗਿਆਨ ਬਣਾਉਣ ਤੋਂ ਰੋਕਦਾ ਤੁਹਾਨੂੰ? ਨਾ ਸਿੱਖ ਪਿਛਲੇ ਸਮੇਂ 'ਚ ਗਿਆਨਵਾਨ ਹੈ ਨਹੀਂ ਸੀ? ਕੌਣ ਨਹੀਂ ਸੀ ਗਿਆਨਵਾਨ? ਦੁਨੀਆ ਭਰ ਦੇ ਕਹਿੰਦੇ ਕਹਾਉਂਦੇ ਜਿਹੜੀਆਂ ਕੌਮਾਂ ਦੇ ਵੱਡੇ ਵੱਡੇ ਜਰਨੈਲ ਨੇ ਨਾ, ਉਹ ਸਾਡੀਆਂ ਰਿਆਸਤਾਂ ਦੇ ਵਿੱਚ ਆ ਕੇ ਨੌਕਰੀਆਂ ਕਰਦੇ ਹੁੰਦੇ ਸੀ। ਜੇ ਅਸੀਂ ਸਿਆਣੇ ਸੀ ਤਾਂਹੀਓ ਕਰਦੇ ਹੁੰਦੇ ਸੀ। ਉਹ ਕੀ ਮਹਾਰਾਜਾ ਰਣਜੀਤ ਸਿੰਘ ਦੀ ਡਿਪਲੋਮੇਸੀ ਨੂੰ, ਉਹਦੇ ਰਾਜ ਕਰਨ ਦੀ ਕੁਸ਼ਲਤਾ ਨੂੰ, ਅੱਜ ਆਹ ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਚਰਚਾ ਹੋਈ ਕਿ ਨਹੀਂ ਹੋਈ
ਕਿ ਸਭ ਤੋਂ ਵਧੀਆ ਰਾਜ ਪ੍ਰਬੰਧ ਉਹਦਾ ਸੀ। ਜੇ ਦਲੇਰੀ ਦੀ ਗੱਲ ਆ, ਜੇ ਜਾਂਬਾਜ਼ੀ ਦੀ ਗੱਲ ਆ, ਜੇਕਰ ਸਿੱਖੀ ਸਦਕ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਗੱਲ ਆ, ਉੱਥੇ ਵੀ ਗੁਰੂ ਦੇ ਪਿਆਰੇ ਖਾਲਸੇ ਨੇ ਕਮਾਲ ਕਰਤੀ ਤੇ ਸਿੱਖਾਂ ਨੇ ਸਿੱਖ ਡਿਪਲੋਮੇਸੀ 'ਚ ਵੀ ਕਮਾਲ ਕਰਤੀ। ਸਾਨੂੰ ਇਹ ਯਾਦ ਹੈ ਕਿ ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ, ਉਦੋਂ ਜਹਾਂਗੀਰ ਆਪਦੀ ਕਿਤਾਬ ਦੇ ਵਿੱਚ ਕੀ ਕੁਝ ਲਿਖਦਾ ਸੀ, ਤੌਜ ਕੇ ਜਹਾਂਗੀਰੀ 'ਚ, ਸਾਨੂੰ ਚੇਤੇ ਆ, ਪਾਤਸ਼ਾਹ ਨੂੰ ਵੀ ਚੇਤੇ ਸੀ। ਪਰ ਛੇਵੇਂ ਪਾਤਸ਼ਾਹ ਉਸੇ ਜਹਾਂਗੀਰ ਦੇ ਨਾਲ ਤਾਲਮੇਲ ਬਣਾ ਕੇ ਗੰਗੂ ਦੇ ਨੱਕ 'ਚ ਨਕੇਲ ਨਹੀਂ ਪਾਈ। ਤੇ ਕੀ ਸਾਨੂੰ ਇਹ ਨਹੀਂ ਚੇਤੇ ਕਿ ਨੌਵੇਂ ਪਾਤਸ਼ਾਹ ਦਾ ਸੀਸ ਔਰੰਗਜ਼ੇਬ ਦੇ ਹੁਕਮ ਦੇ ਉੱਤੇ ਜਿਹੜਾ ਸੀਗਾ ਉਹ ਧੜ ਤੋਂ ਜੁਦਾ ਕੀਤਾ ਗਿਆ। ਪਰ ਸਾਨੂੰ ਇਹ ਵੀ ਚੇਤੇ ਆ ਕਿ ਸਿੱਖ ਡਿਪਲੋਮੇਸੀ ਦਾ ਸਿਖਰ ਸੀ ਉਹ ਜਦੋਂ ਦਸ਼ਮੇਸ਼ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ। ਸਾਨੂੰ ਇਹ ਵੀ ਚੇਤੇ ਆ ਕਿ ਅਸੀਂ ਕਹਿੰਦੇ ਰਹੇ ਆ ਕਿ ਮੰਨੂ ਅਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਪਰ ਸਾਨੂੰ ਇਹ ਵੀ ਚੇਤੇ ਆ ਕਿ ਉਸੇ ਮੀਰ ਮੰਨੂ ਦੇ ਨਾਲ ਰਲ ਕੇ ਅਬਦਾਲੀ ਤੇ ਹੋਰਨਾਂ ਬਾਹਰਲੇ ਹਮਲਾਵਰਾਂ ਦੇ ਨਾਲ ਲੜਨ ਵੇਲੇ ਸਿੱਖ ਜਿਹੜੇ ਸੀ ਉਦੋਂ ਡਿਪਲੋਮੇਸੀ ਵੀ ਵਰਤ ਲੈਂਦੇ ਸੀ। ਹੁਣ ਤੁਸੀਂ ਬਾਹਲੇ ਸਿਆਣੇ ਅੱਜ ਹੀ ਜੰਪੇ, ਬਾਕੀ ਤਾਂ ਪਹਿਲੋਂ ਵਾਲੇ ਸਾਰੇ ਸਿੱਖਾਂ ਨੂੰ ਅਕਲ ਨਹੀਂ ਸੀ ਪਿਛਲੇ ਇਤਿਹਾਸ ਦੇ ਵਿੱਚ। ਅੰਗਰੇਜ਼ਾਂ ਦੇ ਨਾਲ ਜਦੋਂ ਜੰਗਾਂ ਹੋਈਆਂ ਨੇ, ਅਸੀਂ ਜੰਗ ਵਿੱਚ ਜਾਂਬਾਜ਼ੀ ਜਾਂ ਦਲੇਰੀ, ਉਹ ਤੁਸੀਂ ਪੜ੍ਹਿਓ ਕਿਤੇ ਉਹਨਾਂ ਦੇ ਆਪ ਦੇ ਲਿਖੇ ਹੋਏ ਕਿ ਉਹ ਕੀ ਕਹਿੰਦੇ ਆ ਸਾਡੇ ਬਾਰੇ। ਜੇ ਕਾਜੀ ਨੂਰ ਮੁਹੰਮਦ ਆਇਆ ਗੰਜਾਬੇ ਵਾਲਾ ਜੰਗਨਾਮਾ ਲਿਖਣ ਅਬਦਾਲੀ ਦੇ ਨਾਲ, ਉਹ ਸਾਡੀਆਂ ਸਿਫਤਾਂ ਕਰਦਾ ਮਰ ਗਿਆ। ਜੇ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਸਾਡੇ ਸਿਫਤਾਂ ਕੀਤੀਆਂ, ਤੇ ਤੁਸੀਂ ਕਹਿੰਦੇ ਹੋ ਸਾਨੂੰ ਅਕਲ ਹੀ ਕੋਈ ਨਹੀਂ। ਕਹਿੰਦੇ ਜੀ ਅਕਲ ਤਾਂ ਕੱਲੀ ਹੁਣ ਜਿਹੜੀ ਹੈਗੀ ਆ ਸਾਨੂੰ ਆਈ ਆ। ਉਹ ਜਦੋਂ ਨਵੀਂ ਬਹੂ ਹੁੰਦੀ ਆ, ਦੂਰ ਤੱਕ ਝਾੜੂ ਨਾਲ ਵਿਹੜਾ ਸੁੰਭਰ ਕੇ ਆਉਂਦੀ ਹੁੰਦੀ ਆ, ਗਲੀ 'ਚ ਸਾਰੀ ਨੂੰ ਪਤਾ ਲੱਗ ਜੇ ਬਹੂ ਬੜੀ ਹੈਗੀ ਆ, ਸਿਆਣੀ ਆ। ਉਹ ਕੰਮ ਤੁਹਾਡਾ। ਪਿਛਲੇ ਇਤਿਹਾਸ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਨੂੰ ਸਿੱਖੀ ਦੀ ਸੇਵਾ। ਅਖੇ ਜੀ ਪਿਛਲਾ ਸਾਰਾ ਕੁਝ ਹੀ ਗਲਤ ਆ। ਤੁਸੀਂ ਸਾਰੇ ਦੇ ਸਾਰੇ ਇਤਿਹਾਸਕ ਕੋਈ ਸਰੋਤ ਜਦੋਂ ਮਿਲਦਾ, ਉਹਦੇ 'ਚੋਂ ਸਭ ਤੋਂ ਭੈੜੀ ਗੱਲ ਲੱਭਦੇ ਹੋ। ਅਸੀਂ ਕਹਿੰਦੇ ਅਸੀਂ ਸਭ ਤੋਂ ਚੰਗੀ ਗੱਲ ਲੱਭਣੀ ਆ। ਅਸੀਂ ਕਹਿੰਦੇ ਆ ਕਿ ਬਾਬਾ ਜਰਨੈਲ ਸਿੰਘ ਦੇ ਵਿੱਚ ਵੀ ਜੇਕਰ ਕੋਈ ਕਮੀ ਪੇਸ਼ੀ ਆ, ਉਹਨਾਂ ਦੀ ਵਰਕਿੰਗ 'ਚ ਉਹਨਾਂ ਦੇ ਨਾਲ ਅਸਹਿਮਤ ਹੋਇਆ ਜਾ ਸਕਦਾ, ਪਰ ਉਹਨਾਂ ਦੀ ਸਭ ਤੋਂ ਵਧੀਆ ਗੱਲ ਅਸੀਂ ਲੱਭ ਕੇ ਲੋਕਾਂ ਨੂੰ ਸੁਣਾਵਾਂਗੇ, ਕਿਉਂਕਿ ਸਾਡਾ ਹੀਰੋ ਆ, ਸਾਡਾ ਨਾਇਕ ਆ ਉਹ। ਤੁਸੀਂ ਕਹਿੰਦੇ ਹੋ ਬਾਬਾ ਜਰਨੈਲ ਸਿੰਘ ਨੂੰ ਭੰਡਣਾ ਹੀ ਭੰਡਣਾ, ਅਸੀਂ ਕਹਿੰਦੇ ਆ ਬਾਬਾ ਜਰਨੈਲ ਸਿੰਘ ਸਾਡਾ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਹੋਇਆ। ਜੇ ਕਿਸੇ ਨੇ ਚੂੰ ਚਾਂ ਚੀਜ਼ ਕੀਤੀ ਤਾਂ ਫਿਰ ਉਹੋ ਜਿਹਾ ਹੱਥ ਹੌਲਾ ਵੀ ਹੋਊਗਾ। ਖਾਲਿਸਤਾਨ ਦੇ ਖਿਲਾਫ ਭੰਡੀ ਪ੍ਰਚਾਰ ਕਰਨ ਤੋਂ ਪਹਿਲਾਂ ਜਿਹੜਾ ਬਾਣੀ ਦੇ ਵਿੱਚ ਥਾਂ ਥਾਂ ਤੇ ਲਿਖਿਆ ਹੋਇਆ ਕਿ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਉੱਥੇ ਫਿਰ ਜਿਹੜਾ ਲਿਖਿਆ ਉਹਨੂੰ ਕਿਹੜੇ ਖੂਹ 'ਚ ਸਿੱਟਣਾ। ਸਿੱਖਾਂ ਨੂੰ ਗੁਲਾਮ ਰੱਖਣ ਦੀਆਂ ਅਸਲ ਵਿੱਚ ਤਾਂ ਇਹ ਹੈਗਾ ਕਿ ਜਿਹੜਾ ਜਿਵੇਂ ਸਿੱਖੀ ਦੇ ਹੋਰ ਦੁਸ਼ਮਣ ਜਿਹੜੇ ਨਰਕ ਧਾਰੀਏ, ਬਿਆਸ ਵਾਲੇ, ਸਰਸੇ ਵਾਲੇ, ਭਨਿਆਰੇ ਵਾਲੇ, ਉਹੋ ਜਿਹਾ ਚੱਜ ਹੁਣ ਸਾਡੇ ਬੰਦਿਆਂ ਨੇ ਫੜ ਲਿਆ। ਵਿਦਵਾਨ ਕਹਾ ਕੇ, ਪ੍ਰਚਾਰਕ ਕਹਾ ਕੇ, ਆਪਦੇ ਆਪ ਨੂੰ ਬੜੇ ਸੋਹਣੇ ਜਿਹੇ ਬਣਾ ਕੇ ਸਿੱਖਾਂ ਨੂੰ ਪੰਪ ਦੇਈ ਜਾਂਦੇ ਆ। ਸਿੱਖੀ ਤੋਂ ਬਾਗੀ ਕਰ ਰਹੇ ਨੇ, ਸਿੱਖ ਇਤਿਹਾਸ ਤੋਂ ਬਾਗੀ ਕਰ ਰਹੇ ਨੇ, ਤੇ ਉਹਨਾਂ ਨੂੰ ਅਜੇ ਸਮਝ ਨਹੀਂ। ਮੈਂ ਇਹ ਗੱਲ ਕਹਿਣਾ ਕਿ ਜਿਹੜੇ ਮਗਰ ਲੱਗੇ ਹੋਏ ਨੇ ਇਹ ਸਾਰੇ ਦੇ ਸਾਰੇ ਲੋਕ ਜਦੋਂ ਇਹਨਾਂ ਨੂੰ ਸਮਝ ਲੱਗ ਜੂ ਨਾ, ਜਵਾਬ ਇਹੀ ਦੇਣਗੇ, ਜਵਾਬ ਇਹੀ ਦੇਣਗੇ। ਸਾਨੂੰ ਸਿੱਖੀ ਉੱਤੇ, ਸਾਨੂੰ ਗੁਰ ਇਤਿਹਾਸ ਉੱਤੇ, ਆਪਦੇ ਸ਼ਹੀਦਾਂ ਉੱਤੇ ਫਖਰ ਆ। ਖਾਲਸਾ ਜਿਹੜਾ ਹੈ ਉਹ ਦਰਿਆ ਦਿਲ ਬੜਾ, ਜਦੋਂ ਲੰਘਦੇ ਆ ਤਾਂ ਹਾਥੀ ਲਗਾ ਦਿੰਦਾ, ਪਰ ਜਦੋਂ ਅੜ ਜਾਂਦਾ ਫਿਰ ਕੀੜੀ ਵੀ ਨਹੀਂ ਨਿਕਣ ਦਿੰਦਾ। ਸੋ ਸਿੱਖੀ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ। ਇਹ ਪੱਟਣ ਵਾਲੇ ਕਈ ਆਏ ਤੇ ਕਈ ਗਏ। ਤੁਸੀਂ ਵੀ ਭਾਈ ਜ਼ੋਰ ਲਾ ਲਓ। ਇਸ ਤੋਂ ਅੱਗੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਖਾਲਿਸਤਾਨ ਲਈ ਕੰਮ ਕਰਦੇ ਆ ਜਾਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਆ, ਅਸੀਂ ਇਹਦੇ ਚੋਂ ਕੁਝ ਇਹ ਨਹੀਂ ਵੀ ਕੀ ਖੱਟਿਆ। ਇਹ ਕੋਈ ਲਾਲਾ ਜੀ ਦੀ ਦੁਕਾਨ ਨਹੀਂ ਵੀ ਇੱਥੇ ਆਡਿਟ ਕਰਕੇ ਦੱਸਣਾ ਵੀ ਇੰਨੇ ਮਰ ਗਏ ਤੇ ਇੰਨੇ ਬਚ ਗਏ, ਆਹ ਹੋ ਗਿਆ, ਆਹ ਹੋ ਗਿਆ। ਇਹ ਹੈਗਾ ਕਿ ਉਸ ਵੇਲੇ ਇਤਿਹਾਸ ਦੀ ਲੋੜ ਸੀ। ਇਤਿਹਾਸ ਦੀ ਲੋੜ ਸੀ ਕਿ 1984 ਤੋਂ ਬਾਅਦ ਸਿੱਖਾਂ ਨੇ ਕੀ ਕੀਤਾ। ਹੁਣ ਤੁਹਾਡੇ ਕੋਲ ਬਾਜੇ ਢੋਲਕੀਆਂ ਲੈ ਕੇ ਤਾਂ ਉਹਦੇ ਦਰਾਂ ਤੇ ਬਹਿ ਨਹੀਂ ਸੀ ਜਾਣਾ, ਇੰਦਰਾਂ ਦੇ ਜਾਂ ਬੈਦਿਆਂ ਦੇ। ਜੋ ਸਿੱਖਾਂ ਨੂੰ ਕਰਨਾ ਚਾਹੀਦਾ ਸੀ ਉਹ ਇਤਿਹਾਸ ਦੀ ਲੋੜ ਚੋਂ ਠੀਕ ਕੀਤਾ ਤੇ ਠੋਕ ਕੇ ਕੀਤਾ। ਤੇ ਜਿਹੜਾ ਹੁਣ ਸਮਾਂ ਅੱਜ ਦਾ, ਉਹਦੇ ਵਿੱਚ ਸਿੱਖ ਖਾਲਿਸਤਾਨੀ ਸਫਾ ਦੇ ਵਿੱਚ ਜਿੰਨੇ ਵਿਚਰਦੇ ਆ, ਪੰਥ ਪ੍ਰਸਤ ਜਿੰਨੇ ਵਿਚਰਦੇ ਨੇ, ਉਹ ਗਿਆਨਵਾਨ ਨੇ, ਸਿਆਣੇ ਨੇ। ਉਹ ਕੋਈ AK-47 ਦੇ ਭੰਡਾਰੇ ਨਹੀਂ ਚੱਕੀ ਫਿਰਦੇ। ਉਹ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਸਮਝਾ ਰਹੇ ਨੇ ਕਿ ਸਾਡੇ ਨਾਲ ਕਿਹੜਾ ਜ਼ੁਲਮ ਹੋਇਆ,
ਕੀ ਸਾਡੇ ਨਾਲ ਵਧੀਕੀ ਹੋਈ ਅਤੇ ਅਸੀਂ ਆਪਦੇ ਧਰਮ ਨੂੰ, ਆਪਦੇ ਕੌਮ ਨੂੰ ਬਚਾਉਣ ਲਈ, ਆਪਦੀ ਬੋਲੀ ਅਤੇ ਸੱਭਿਆਚਾਰ ਨੂੰ ਬਚਾਉਣ ਦੇ ਲਈ ਅਸੀਂ ਭਾਈ ਖਾਲਿਸਤਾਨ ਮੰਗਦੇ ਹਾਂ। ਤੇ ਦੁਨੀਆ ਦੇ ਦੂਜੇ ਧਰਮਾਂ, ਕੌਮਾਂ ਦੇ, ਮੁਲਕਾਂ ਦੇ ਲੋਕ ਕਹਿੰਦੇ ਨੇ ਤੁਹਾਡਾ ਕੇਸ ਬਿਲਕੁਲ ਠੀਕ ਆ। ਤੇ ਇੱਕ ਪਾਸੇ ਤਾਂ ਸਾਡੇ ਨਾਲ ਹੋਰ ਲੋਕ ਆ ਕੇ ਸਹਿਮਤ ਹੋਣ ਤੇ ਅੱਜ ਸਾਡੇ ਘਰਾਂ 'ਚ ਉੱਠ ਕੇ ਕਹਿੰਦੇ ਆ ਖਾਲਿਸਤਾਨ ਬੜਾ ਮਾੜਾ, ਭਿੰਡਰਾਲਾ ਬੜਾ ਮਾੜਾ ਸੀ। ਪਰ ਇਤਿਹਾਸ ਜਵਾਬ ਦੇਵੇਗਾ, ਸਮਾਂ ਸਾਰੇ ਸਵਾਲਾਂ ਦਾ ਜਵਾਬ ਦਿੰਦਾ ਹੁੰਦਾ। ਤੇ ਅਸੀਂ ਇਹ ਜਾਣਦੇ ਹਾਂ ਕਿ ਅਸੀਂ ਠੀਕ ਹਾਂ। ਤੁਹਾਡੇ ਮੂੰਹੋਂ ਸਾਨੂੰ ਕੋਈ ਕਹਾਉਣ ਦੀ ਜਿੱਦ ਨਹੀਂ ਕਿ ਅਸੀਂ ਤੁਹਾਤੋਂ ਕਹਾਉਣਾ ਕਿ ਗਲਤ ਆ, ਪਰ ਇਤਿਹਾਸ ਸਾਨੂੰ ਸਹੀ ਸਿੱਧ ਕਰੂਗਾ, ਇਹ ਅਸੀਂ ਗੱਜ ਵੱਜ ਕੇ ਕਹਿੰਦੇ ਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ